ਸਤਿ ਸ਼੍ਰੀ ਅਕਾਲ ਦੋਸਤੋ, ਹਾਜ਼ਰ ਹੋਏ ਹਾਂ ਅੱਜ ਦੀ ਨਵੀਂ ਕਹਾਣੀ ਦੇ ਨਾਲ। ਉਮੀਦ ਹੈ ਤੁਹਾਨੂੰ ਜ਼ਰੂਰ ਪਸੰਦ ਆਵੇਗੀ। ਕਹਾਣੀ ਨੂੰ ਪੂਰਾ ਜ਼ਰੂਰ ਸੁਣਿਓ। ਮੇਰੀ ਪਤਨੀ ਦੁਨੀਆ ਦੀ ਇੱਕ ਅਜਿਹੀ ਇਕੱਲੀ ਔਰਤ ਹੋਵੇਗੀ ਜਿਸ ਨੂੰ ਆਪਣੀ ਸੌਕਣ ਤੋਂ ਬਿਲਕੁਲ ਵੀ ਸਾੜਾ ਨਹੀਂ ਸੀ। ਮੈਨੂੰ ਉਸ ਨੂੰ ਦੇਖ ਕੇ ਬਹੁਤ ਹੈਰਾਨੀ ਹੁੰਦੀ ਸੀ। ਜੋ ਕੁਝ ਮੈਂ ਉਹਦੇ ਚਿਹਰੇ ਤੇ ਦੇਖਣਾ ਚਾਹੁੰਦਾ ਸੀ ਉਹ ਮੈਨੂੰ ਕਿਤੇ ਨਜ਼ਰ ਹੀ ਨਹੀਂ ਆਉਂਦਾ ਸੀ। ਅਸਲ ਵਿੱਚ ਮੈਨੂੰ ਮੁਹੱਬਤ ਆਪਣੀ ਪਹਿਲੀ ਪਤਨੀ ਨਾਲ ਹੀ ਸੀ, ਪਰ ਦੂਜਾ ਵਿਆਹ ਮੇਰਾ ਬਹੁਤ ਵੱਡੀ ਮਜਬੂਰੀ ਵਿੱਚ ਹੋਇਆ ਸੀ। ਮੈਂ ਆਪਣੀ ਪਤਨੀ ਨੂੰ ਸਜ਼ਾ ਦੇਣਾ ਚਾਹੁੰਦਾ ਸੀ, ਇਸ ਲਈ ਦੂਜੀ ਕੁੜੀ ਨਾਲ ਵਿਆਹ ਕਰਵਾ ਲਿਆ। ਪਰ ਮੈਂ ਹੈਰਾਨ ਸੀ ਕਿ ਮੇਰੀ ਪਹਿਲੀ ਪਤਨੀ ਦੇ ਮੱਥੇ ਤੇ ਇੱਕ ਵੀ ਤਿਉੜੀ ਤੱਕ ਨਹੀਂ ਆਈ ਸੀ। ਉਦੋਂ ਵੀ ਨਹੀਂ ਜਦੋਂ ਮੈਂ ਅਚਾਨਕ ਕੁਲਦੀਪ ਨਾਲ ਵਿਆਹ ਕਰਵਾ ਕੇ ਉਸ ਨੂੰ ਆਪਣੇ ਫਲੈਟ ਵਿੱਚ ਲੈ ਆਇਆ ਸੀ। ਦਰਵਾਜ਼ਾ ਮੇਰੀ ਪਹਿਲੀ ਪਤਨੀ ਪਰਵਿੰਦਰ ਨੇ ਹੀ ਖੋਲ੍ਹਿਆ ਸੀ, ਪਰ ਸਾਨੂੰ ਦੋਨਾਂ ਨੂੰ ਇਕੱਠੇ ਦੇਖ ਕੇ ਉਸਨੇ ਮੈਨੂੰ ਕੋਈ ਵੀ ਸਵਾਲ ਨਹੀਂ ਪੁੱਛਿਆ। ਮੈਂ ਜਾਣ-ਬੁੱਝ ਕੇ ਉਸਦੇ ਸਾਹਮਣੇ ਕੁਲਦੀਪ ਦੇ ਨਾਲ ਪਿਆਰ ਮੁਹੱਬਤ ਦੀਆਂ ਗੱਲਾਂ ਕਰਦਾ ਸੀ। ਉਸਦੇ ਸਾਹਮਣੇ ਕੁਲਦੀਪ ਦੇ ਕਰੀਬ ਵੀ ਹੁੰਦਾ ਸੀ ਤਾਂ ਕਿ ਉਸਨੂੰ ਇਹ ਸਭ ਸਹਿਣਾ ਨਾ ਹੋਵੇ। ਇਹ ਦੇਖ ਕੇ ਉਸਨੂੰ ਅੰਦਰ ਹੀ ਅੰਦਰ ਅੱਗ ਲੱਗੇ, ਉਸਨੂੰ ਬੁਰਾ ਲੱਗੇ, ਉਸਨੂੰ ਤਕਲੀਫ ਹੋਵੇ। ਮੈਂ ਉਸਦੀਆਂ ਅੱਖਾਂ ਵਿੱਚ ਹੰਝੂ ਦੇਖਣਾ ਚਾਹੁੰਦਾ ਸੀ। ਮੈਂ ਚਾਹੁੰਦਾ ਸੀ ਕਿ ਉਹ ਦਰਦ ਨਾਲ ਹੀ ਗੁਜ਼ਾਰੇ। ਮੈਂ ਉਸਦੇ ਚਿਹਰੇ ਤੇ ਦਰਦ ਦੇ ਭਾਵ ਦੇਖਣਾ ਚਾਹੁੰਦਾ ਸੀ, ਜਿਸ ਦਰਦ ਤੋਂ ਮੈਂ ਪਿਛਲੇ 2 ਸਾਲਾਂ ਤੋਂ ਗੁਜ਼ਰ ਰਿਹਾ ਸੀ। ਪਰ ਪਰਵਿੰਦਰ ਨੂੰ ਤਾਂ ਜਿਵੇਂ ਕੋਈ ਪਰਵਾਹ ਹੀ ਨਹੀਂ ਸੀ। ਜਦੋਂ ਮੈਂ ਤੇ ਕੁਲਦੀਪ ਇੱਕ ਦੂਜੇ ਦੇ ਕਰੀਬ ਹੁੰਦੇ, ਇੱਕ ਦੂਜੇ ਦੀਆਂ ਬਾਹਾਂ ਵਿੱਚ ਹੁੰਦੇ, ਉਦੋਂ ਹੀ ਉਹ ਆਪਣੇ ਚਿਹਰੇ ਤੇ ਮੁਸਕਰਾਹਟ ਲੈ ਕੇ ਸਾਨੂੰ ਦੇਖਦੀ ਰਹਿੰਦੀ। ਅੱਜ ਵੀ ਮੈਂ ਆਪਣੀ ਦੂਜੀ ਪਤਨੀ ਕੁਲਦੀਪ ਦੇ ਨਾਲ ਹਾਲ ਵਿੱਚ ਬੈਠਾ ਟੀਵੀ ਦੇਖ ਰਿਹਾ ਸੀ ਕਿ ਅਚਾਨਕ ਮੇਰੀ ਪਹਿਲੀ ਪਤਨੀ ਪਰਮਿੰਦਰ ਨੇ ਆਪਣੇ ਕਮਰੇ ਦਾ ਦਰਵਾਜ਼ਾ ਖੋਲ੍ਹਿਆ। ਸ਼ਾਇਦ ਉਹ ਤਾਂ ਪਾਣੀ ਪੀਣ ਕਮਰੇ ਤੋਂ ਬਾਹਰ ਆਈ ਸੀ। ਉਸਦੀ ਨਜ਼ਰ ਮੇਰੇ ਤੇ ਕੁਲਦੀਪ ਤੇ ਪੈ ਗਈ ਤਾਂ ਮੈਂ ਜਾਣ-ਬੁੱਝ ਕੇ ਕੁਲਦੀਪ ਦੇ ਹੋਰ ਵੀ ਜ਼ਿਆਦਾ ਕਰੀਬ ਹੋ ਗਿਆ। ਮੈਂ ਆਪਣੀਆਂ ਬਾਹਾਂ ਫੈਲਾ ਕੇ ਕੁਲਦੀਪ ਨੂੰ ਆਪਣੀਆਂ ਬਾਹਾਂ ਵਿੱਚ ਭਰ ਲਿਆ, ਉਸ ਨੂੰ ਬਿਲਕੁਲ ਆਪਣੇ ਕਰੀਬ ਕਰ ਲਿਆ ਸੀ। ਪਰਮਿੰਦਰ ਨੂੰ ਦੇਖ ਕੇ ਕੁਲਦੀਪ ਥੋੜ੍ਹੀ ਸ਼ਰਮਾ ਗਈ ਤੇ ਕਹਿਣ ਲੱਗੀ ਕਿ ਤੁਸੀਂ ਕੀ ਕਰ ਰਹੇ ਹੋ? ਕਿਸੇ ਗੱਲ ਦਾ ਖਿਆਲ ਤਾਂ ਕਰ ਲਓ ਕਿ ਆਪਾਂ ਇਕੱਲੇ ਨਹੀਂ ਹਾਂ। ਮੈਂ ਕਿਹਾ, ਜੋ ਇੱਥੇ ਸਾਡੇ ਇਲਾਵਾ ਮੌਜੂਦ ਹੈ ਉਹ ਗੈਰ ਥੋੜ੍ਹੀ ਹੈ। ਇਹ ਕਹਿ ਕੇ ਮੈਂ ਇੱਕ ਨਜ਼ਰ ਪਰਮਿੰਦਰ ਤੇ ਪਾਈ ਸੀ। ਮੈਂ ਜੋ ਕੁਝ ਉਸਦੇ ਚਿਹਰੇ ਤੇ ਦੇਖਣਾ ਚਾਹੁੰਦਾ ਸੀ ਤੇ ਚਾਹੁੰਦਾ ਸੀ ਕਿ ਉਸਦੀਆਂ ਅੱਖਾਂ ਵਿੱਚ ਦਰਦ ਦੀ ਚੰਗਿਆੜੀ ਮੱਚਦੀ ਹੈ ਕਿ ਨਹੀਂ, ਉਹ ਮੈਨੂੰ ਨਜ਼ਰ ਆ ਜਾਵੇ ਤਾਂ ਕਿ ਮੇਰੇ ਦੁਖਦੇ ਦਿਲ ਨੂੰ ਵੀ ਚੈਨ ਮਿਲ ਜਾਵੇ। ਪਰ ਉਸਦੇ ਚਿਹਰੇ ਤੇ ਅਜਿਹੀ ਕੋਈ ਵੀ ਹਾਵ ਭਾਵ ਨਜ਼ਰ ਨਹੀਂ ਆ ਰਹੇ ਸੀ। ਉਹ ਮੁਸਕਰਾਉਂਦੀ ਹੋਈ ਨਜ਼ਰਾਂ ਝੁਕਾ ਕੇ ਰਸੋਈ ਵਿੱਚ ਚਲੀ ਗਈ, ਫਿਰ ਪਾਣੀ ਦੀ ਬੋਤਲ ਕੱਢੀ, ਗਲਾਸ ਲਿਆ ਤੇ ਆਪਣੇ ਕਮਰੇ ਵਿੱਚ ਜਾ ਕੇ ਕਮਰੇ ਦਾ ਦਰਵਾਜ਼ਾ ਬੰਦ ਕਰ ਲਿਆ। ਇਹ ਦੇਖਦੇ ਹੀ ਮੈਂ ਤੁਰੰਤ ਕੁਲਦੀਪ ਨੂੰ ਪਿੱਛੇ ਕਰ ਦਿੱਤਾ। ਕੁਲਦੀਪ ਮੇਰੀ ਇਸ ਹਰਕਤ ਨਾਲ ਮੈਨੂੰ ਹੈਰਾਨ ਹੋ ਕੇ ਦੇਖਣ ਲੱਗੀ, ਕਹਿਣ ਲੱਗੀ ਕਿ ਕੀ ਗੱਲ ਹੈ ਸਾਰਜ, ਇੱਕਦਮ ਪਿੱਛੇ ਕਿਉਂ ਹਟ ਗਏ? ਕੁਝ ਦੇ ਪਹਿਲਾਂ ਤਾਂ ਬੜੀ ਮੁਹੱਬਤ ਦਿਖਾ ਰਹੇ ਸੀ। ਮੈਂ ਕਿਹਾ ਕਿ ਮੈਨੂੰ ਨੀਂਦ ਆ ਰਹੀ ਹੈ, ਤੂੰ ਜੇ ਹੋਰ ਟੀਵੀ ਦੇਖਣਾ ਚਾਹੁੰਦੀ ਹੈ ਤਾਂ ਦੇਖ ਲੈ, ਮੈਂ ਸੌਣਾ ਜਾ, ਮੈਂ ਹੁਣ ਜਾ ਰਿਹਾ। ਇਹ ਕਹਿ ਕੇ ਮੈਂ ਆਪਣੇ ਕਮਰੇ ਵਿੱਚ ਆ ਗਿਆ। ਸ਼ਾਇਦ ਮੈਂ ਵੀ ਆਪਣੀ ਹਾਲਤ ਤੋਂ ਬੇਵੱਸ ਸੀ, ਕਿਉਂਕਿ ਮੁਹੱਬਤ ਤਾਂ ਮੈਨੂੰ ਪਰਮਿੰਦਰ ਨਾਲ ਹੀ ਸੀ, ਪਰ ਮੈਂ ਕੁਲਦੀਪ ਨਾਲ ਵਿਆਹ ਸਿਰਫ ਇਸ ਲਈ ਕਰਵਾਇਆ ਸੀ ਕਿਉਂਕਿ ਮੇਰੀ ਪਤਨੀ ਪਰਮਿੰਦਰ ਨੂੰ ਮੈਂ ਦਰਦ ਦੇਣਾ ਚਾਹੁੰਦਾ ਸੀ। ਮੈਨੂੰ ਯਾਦ ਆਉਣ ਲੱਗਿਆ ਜਦੋਂ ਮੇਰਾ ਨਵਾਂ ਵਿਆਹ ਹੋਇਆ ਸੀ ਪਰਮਿੰਦਰ ਦੇ ਨਾਲ, ਤਾਂ ਮੈਂ ਕਿਸ ਤਰ੍ਹਾਂ ਖੁਸ਼ ਸੀ, ਕਿਉਂਕਿ ਉਹ ਇੱਕ ਬਹੁਤ ਹੀ ਖੂਬਸੂਰਤ ਕੁੜੀ ਸੀ, ਇਸ ਤਰ੍ਹਾਂ ਦੀ ਕਿ ਉਸ ਨੂੰ ਦੇਖ ਕੇ ਕੋਈ ਮਰਦ ਆਪਣੀਆਂ ਅੱਖਾਂ ਝਪਕਾਉਣੀਆਂ ਹੀ ਭੁੱਲ ਜਾਵੇ। ਵਿਆਹ ਤੋਂ ਬਾਅਦ ਮੈਂ ਉਸ ਨੂੰ ਕੁਝ ਹੀ ਦਿਨ ਦੇ ਸਕਿਆ ਸੀ, ਕਿਉਂਕਿ ਮੇਰਾ ਕਾਰੋਬਾਰ ਹੀ ਕੁਝ ਅਜਿਹਾ ਸੀ ਕਿ ਮੈਨੂੰ ਸਾਰੀ ਰਾਤ ਆਨਲਾਈਨ ਦੂਜੇ ਦੇਸ਼ ਦੇ ਪ੍ਰੋਡਕਟ ਵੇਚਣੇ ਹੁੰਦੇ ਸੀ। ਇਸ ਲਈ ਮੇਰਾ ਆਫਿਸ ਦੇਰ ਰਾਤ ਤੱਕ ਖੁੱਲ੍ਹਦਾ ਸੀ। ਮੇਰੇ ਘਰੇ ਆਉਣ ਦਾ ਕੋਈ ਟਾਈਮ ਤੈਅ ਨਹੀਂ ਸੀ। ਕਦੇ ਮੈਨੂੰ 3 ਵਜੇ ਮੈਂ ਘਰ ਆਉਂਦਾ ਤੇ ਕਦੇ ਮੈਂ 4 ਵਜੇ, ਕਿਉਂਕਿ ਮੇਰਾ ਕੰਮ ਸ਼ਾਮ ਨੂੰ ਸ਼ੁਰੂ ਹੁੰਦਾ ਸੀ। ਮੇਰੇ ਘਰ ਵਿੱਚ ਸਿਰਫ ਪਰਮਿੰਦਰ ਹੀ ਰਹਿੰਦੀ ਸੀ। ਮੇਰੇ ਮਾਂ-ਪਿਓ ਮੇਰੇ ਭਰਾ ਦੇ ਕੋਲ ਵਿਦੇਸ਼ ਵਿੱਚ ਰਹਿੰਦੇ ਸੀ। ਪਹਿਲਾਂ ਤਾਂ ਪਰਮਿੰਦਰ ਰਾਤ ਨੂੰ ਇਕੱਲੇ ਰਹਿਣ ਤੇ ਬਹੁਤ ਘਬਰਾਉਂਦੀ ਸੀ। ਵਾਰ-ਵਾਰ ਮੈਨੂੰ ਸ਼ਿਕਾਇਤ ਵੀ ਕਰਦੀ ਸੀ ਕਿ ਮੈਂ ਇਕੱਲੀ ਨਹੀਂ ਰਹੂੰਗੀ, ਮੈਨੂੰ ਇਕੱਲੇ ਨੂੰ ਡਰ ਲੱਗਦਾ ਹੈ। ਪਰ ਮੇਰੇ ਕੰਮ ਨੂੰ ਦੇਖਦੇ ਹੋਏ ਉਸਨੇ ਮੇਰੀ ਮਜਬੂਰੀ ਨੂੰ ਸਮਝ ਲਿਆ ਸੀ। ਮੈਂ ਉਸਨੂੰ ਕਿਹਾ ਕਿ ਤੈਨੂੰ ਇਸ ਤਰ੍ਹਾਂ ਹੀ ਸਮਝੌਤਾ ਕਰਨਾ ਪੈਣਾ। ਕਦੇ-ਕਦੇ ਇਸ ਗੱਲ ਤੇ ਅਕਸਰ ਸਾਡੀ ਲੜਾਈ ਵੀ ਹੋ ਜਾਂਦੀ ਸੀ। ਉਹ ਹੋਰ ਵੀ ਬਹਿਸ ਲੰਮੀ ਹੋ ਜਾਂਦੀ ਸੀ। ਪਰ ਕੁਝ ਮਹੀਨਿਆਂ ਤੋਂ ਜੋ ਗੱਲ ਮੈਂ ਮਹਿਸੂਸ ਕਰ ਰਿਹਾ ਸੀ
ਉਹ ਇਹ ਸੀ ਕਿ ਪਰਮਿੰਦਰ ਮੈਨੂੰ ਹੁਣ ਇਸ ਗੱਲ 'ਤੇ ਬਿਲਕੁਲ ਵੀ ਕੁਝ ਨਹੀਂ ਕਹਿੰਦੀ ਸੀ, ਬਿਲਕੁਲ ਵੀ ਬਹਿਸ ਨਹੀਂ ਕਰਦੀ ਸੀ। ਮੈਂ ਘਰੇ ਉਸ ਨੂੰ ਘੱਟ ਸਮਾਂ ਦਿੰਦਾ ਹਾਂ। ਸ਼ੁਰੂ ਵਿੱਚ ਮੈਂ ਸੋਚਿਆ ਕਿ ਸ਼ਾਇਦ ਪਰਮਿੰਦਰ ਨੇ ਇਸ ਗੱਲ ਨੂੰ ਮੰਨ ਲਿਆ, ਪਰ ਗੱਲ ਇੱਥੋਂ ਤੱਕ ਸੀਮਿਤ ਨਹੀਂ ਸੀ। ਕੁਝ ਅਜੀਬੋ-ਗਰੀਬ ਟਾਈਪ ਦੇ ਹਾਦਸੇ ਮੇਰੇ ਘਰ ਵਿੱਚ ਹੋਣ ਲੱਗੇ ਸੀ। ਜਿਸ ਅਪਾਰਟਮੈਂਟ ਵਿੱਚ ਮੈਂ ਰਹਿੰਦਾ ਸੀ, ਉੱਥੇ ਮੇਨ ਗੇਟ 'ਤੇ ਇੱਕ ਨੌਜਵਾਨ ਚੌਕੀਦਾਰ ਬੈਠਦਾ ਸੀ। ਦੇਖਣ ਵਿੱਚ ਉਹ ਵਧੀਆ ਹੈਂਡਸਮ ਮੁੰਡਾ ਸੀ। ਮੇਰਾ ਫਲੈਟ ਗਰਾਊਂਡ ਫਲੋਰ 'ਤੇ ਹੀ ਸੀ। ਮੇਰੇ ਬੈੱਡਰੂਮ ਦੀ ਖਿੜਕੀ ਬਾਹਰ ਮੇਨ ਗੇਟ ਵੱਲ ਹੀ ਖੁੱਲ੍ਹਦੀ ਸੀ, ਜਿਸ ਦੇ ਸਾਹਮਣੇ ਮੇਨ ਗੇਟ ਸਾਫ਼-ਸਾਫ਼ ਨਜ਼ਰ ਆਉਂਦਾ ਸੀ ਤੇ ਉਹ ਚੌਕੀਦਾਰ ਉੱਥੇ ਹੀ ਬੈਠਦਾ ਸੀ। ਉਸ ਅਪਾਰਟਮੈਂਟ ਵਿੱਚ ਡਿਊਟੀ ਜੁਆਇਨ ਕੀਤੀ ਹੋਈ ਨੂੰ ਬਸ ਉਸ ਨੂੰ 1 ਮਹੀਨਾ ਹੀ ਹੋਇਆ ਸੀ। ਮੇਰਾ ਕੰਮ ਹੀ ਕੁਝ ਅਜਿਹਾ ਸੀ ਕਿ ਮੈਂ ਦਿਨ ਭਰ ਘਰੇ ਰਹਿੰਦਾ ਸੀ ਤੇ ਸ਼ਾਮ ਹੁੰਦੇ ਹੀ ਆਪਣੇ ਕੰਮ 'ਤੇ ਚਲਾ ਜਾਂਦਾ ਸੀ। ਕੁਝ ਦੋਸਤ ਮਿਲ ਕੇ ਬਾਹਰ ਦੇਸ਼ਾਂ ਦੇ ਪ੍ਰੋਡਕਟ ਨੂੰ ਭੇਜਦੇ ਸੀ, ਇਸ ਲਈ ਸਾਡਾ ਕੰਮ ਸ਼ਾਮ ਤੋਂ ਰਾਤ ਦੇਰ ਤੱਕ ਜਾਰੀ ਰਹਿੰਦਾ ਸੀ। ਅਸੀਂ ਕਮਰਸ਼ੀਅਲ ਇਲਾਕੇ ਵਿੱਚ ਇੱਕ ਛੋਟਾ ਜਿਹਾ ਆਫਿਸ ਬਣਾ ਰੱਖਿਆ ਸੀ ਤੇ ਉੱਥੇ ਲੈਪਟਾਪ 'ਤੇ ਅਸੀਂ ਕੰਮ ਕਰਦੇ ਸੀ। ਮੈਂ ਰਾਤ ਨੂੰ ਥੱਕਿਆ ਹੋਇਆ ਆਉਂਦਾ ਜਾਂ ਫਿਰ ਆ ਕੇ ਸੌਂ ਜਾਂਦਾ ਤਾਂ ਦੁਪਹਿਰ ਨੂੰ ਹੀ ਮੇਰੀ ਅੱਖ ਖੁੱਲ੍ਹਦੀ ਸੀ। ਇੱਕ ਵਾਰ ਮੈਂ ਆਪਣੇ ਕਮਰੇ ਵਿੱਚ ਗੂੜ੍ਹੀ ਨੀਂਦ ਵਿੱਚ ਸੌਂ ਰਿਹਾ ਸੀ, ਜਦੋਂ ਮੈਨੂੰ ਪਰਮਿੰਦਰ ਦੇ ਹੱਸਣ ਦੀ ਆਵਾਜ਼ ਆਈ ਤਾਂ ਮੇਰੀ ਅੱਖ ਖੁੱਲ੍ਹ ਗਈ ਤਾਂ ਮੈਂ ਦੇਖਿਆ ਕਿ ਦੁਪਹਿਰ ਦੇ 2 ਵੱਜ ਰਹੇ ਸੀ। ਮੈਨੂੰ ਸਮਝ ਨਹੀਂ ਆ ਰਹੀ ਸੀ ਕਿ ਉਹ ਇਸ ਸਮੇਂ ਕਿਸ ਨਾਲ ਹੱਸ-ਹੱਸ ਕੇ ਬੋਲ ਰਹੀ ਸੀ, ਕਿਉਂਕਿ ਘਰ ਵਿੱਚ ਕੋਈ ਨੌਕਰ ਵੀ ਨਹੀਂ ਸੀ। ਸਾਰੇ ਕੰਮ ਪਰਮਿੰਦਰ ਖੁਦ ਹੀ ਕਰਦੀ ਸੀ ਤੇ ਗੁਆਂਢ ਵਿੱਚ ਵੀ ਉਸਦਾ ਕੋਈ ਖਾਸ ਮੇਲ ਮਿਲਾਪ ਨਹੀਂ ਸੀ। ਦੁਪਹਿਰ ਦੇ 2 ਵੱਜ ਚੁੱਕੇ ਸੀ, ਇਸ ਲਈ ਮੈਨੂੰ ਭੁੱਖ ਵੀ ਮਹਿਸੂਸ ਹੋ ਰਹੀ ਸੀ। ਫਿਰ ਮੈਂ ਉੱਠ ਕੇ ਬੈਠ ਗਿਆ। ਜਿਵੇਂ ਹੀ ਮੈਂ ਫਰੈਸ਼ ਹੋ ਕੇ ਕਮਰੇ ਤੋਂ ਬਾਹਰ ਨਿਕਲਿਆ ਤਾਂ ਪਰਮਿੰਦਰ ਮੇਨ ਗੇਟ ਦੇ ਕੋਲ ਖੜੀ ਕਿਸੇ ਨਾਲ ਹੱਸ-ਹੱਸ ਕੇ ਗੱਲਾਂ ਕਰ ਰਹੀ ਸੀ। ਜਿਵੇਂ ਹੀ ਮੈਂ ਮੇਨ ਗੇਟ ਦੇ ਵੱਲ ਆਇਆ ਤਾਂ ਦੇਖਿਆ ਬਾਹਰ ਉਹੀ ਨੌਜਵਾਨ ਚੌਕੀਦਾਰ ਖੜਾ ਸੀ। ਉਹ ਵੀ ਹੱਸ-ਹੱਸ ਕੇ ਪਰਮਿੰਦਰ ਨਾਲ ਹੀ ਹੱਸ-ਹੱਸ ਕੇ ਗੱਲਾਂ ਕਰ ਰਿਹਾ ਸੀ। ਇਹ ਦੇਖ ਕੇ ਮੈਨੂੰ ਬਹੁਤ ਅਜੀਬ ਜਿਹਾ ਲੱਗਿਆ। ਮੈਂ ਪਰਮਿੰਦਰ ਦੇ ਪਿੱਛੇ ਖੜਾ ਹੋ ਗਿਆ। ਚੌਕੀਦਾਰ ਨੇ ਜਦੋਂ ਮੈਨੂੰ ਦੇਖਿਆ ਤਾਂ ਇੱਕਦਮ ਉਸਦੇ ਚਿਹਰੇ ਦਾ ਰੰਗ ਉੱਡ ਗਿਆ ਸੀ। ਉਸਨੇ ਤੁਰੰਤ ਪਰਮਿੰਦਰ ਦੇ ਹੱਥ 'ਚੋਂ ਖਾਣੇ ਦੀ ਪਲੇਟ ਲਈ ਤੇ ਚਲਾ ਗਿਆ। ਪਰਮਿੰਦਰ ਪਿੱਛੇ ਮੁੜੀ ਤੇ ਮੈਨੂੰ ਸਾਹਮਣੇ ਦੇਖ ਕੇ ਉਹ ਵੀ ਪੂਰੀ ਤਰ੍ਹਾਂ ਘਬਰਾ ਗਈ। ਕਹਿਣ ਲੱਗੀ ਕਿ ਤੁਸੀਂ ਇੰਨੀ ਛੇਤੀ ਉੱਠ ਗਏ। ਇਹ ਕਹਿੰਦੇ ਹੋਏ ਤੁਰੰਤ ਉਹ ਨਜ਼ਰਾਂ ਚੁਰਾ ਕੇ ਰਸੋਈ ਵੱਲ ਚਲੀ ਗਈ। ਮੈਂ ਵੀ ਉਸਦੇ ਪਿੱਛੇ ਆ ਗਿਆ। ਮੈਂ ਕਿਹਾ ਕਿ ਚੌਕੀਦਾਰ ਇੱਥੇ ਕੀ ਕਰ ਰਿਹਾ ਸੀ। ਕਹਿਣ ਲੱਗੀ ਕਿ ਦੁਪਹਿਰ ਦੇ ਖਾਣੇ ਦੀ ਜ਼ਿੰਮੇਵਾਰੀ ਸਾਡੀ ਹੈ, ਇਸ ਲਈ ਖਾਣਾ ਲੈਣ ਆਇਆ ਸੀ। ਇਹ ਕਹਿੰਦੇ ਹੋਏ ਉਹ ਮੇਰੇ ਲਈ ਕੌਫੀ ਬਣਾਉਣ ਲੱਗੀ। ਮੈਂ ਕਿਹਾ ਕਿ ਤੂੰ ਉਸ ਨਾਲ ਕੀ ਗੱਲਾਂ ਕਰ ਰਹੀ ਸੀ। ਉਹ ਵੀ ਇੰਨਾ ਹੱਸ-ਹੱਸ ਕੇ। ਮੈਨੂੰ ਕਾਫੀ ਦੇਰ ਤੋਂ ਤੇਰੀਆਂ ਗੱਲਾਂ ਦੀ ਆਵਾਜ਼ ਆਉਂਦੀ ਰਹੀ। ਮੇਰੀ ਗੱਲ ਸੁਣ ਕੇ ਉਸਨੇ ਇੱਕ ਤਿੱਖੀ ਜਿਹੀ ਨਜ਼ਰ ਮੇਰੇ 'ਤੇ ਪਾਈ ਤੇ ਫਿਰ ਨਜ਼ਰਾਂ ਚੁਰਾ ਕੇ ਕਹਿਣ ਲੱਗੀ ਕਿ ਤੁਸੀਂ ਮੇਰੇ 'ਤੇ ਸ਼ੱਕ ਕਰ ਰਹੇ ਹੋ ਸਾਰਜ। ਮੈਂ ਕਿਹਾ ਨਹੀਂ ਪਰਮਿੰਦਰ, ਮੈਂ ਸ਼ੱਕ ਨਹੀਂ ਕਰ ਰਿਹਾ, ਮੈਂ ਤਾਂ ਬਸ ਪੁੱਛ ਰਿਹਾ। ਪਰਮਿੰਦਰ ਕਹਿਣ ਲੱਗੀ ਕਿ ਉਹ ਇੱਕ ਆਂਟੀ ਦੇ ਬਾਰੇ ਵਿੱਚ ਦੱਸ ਰਿਹਾ ਸੀ ਕਿ ਉਹਨਾਂ ਦੇ ਘਰ ਦਾ ਖਾਣਾ ਚੰਗਾ ਨਹੀਂ ਹੁੰਦਾ। ਇਹ ਕਹਿੰਦੇ ਹੋਏ ਉਹ ਮੇਰੇ ਨਾਸ਼ਤੇ ਦੇ ਬਾਰੇ ਵਿੱਚ ਪੁੱਛਣ ਲੱਗੀ, ਜਿਵੇਂ ਗੱਲ ਨੂੰ ਬਦਲਣਾ ਚਾਹੁੰਦੀ ਹੋਵੇ। ਫਿਰ ਮੈਂ ਉਸ ਨੂੰ ਕਿਹਾ ਕਿ ਠੀਕ ਹੈ, ਤੂੰ ਸਿਰਫ ਚੌਕੀਦਾਰ ਨੂੰ ਖਾਣਾ ਹੀ ਦਿਆ ਕਰ, ਮੁਹੱਲੇ ਦੇ ਕਿਸੇ ਕਹਾਣੀਆਂ ਸੁਣਨ ਦੀ ਤੈਨੂੰ ਕੋਈ ਜ਼ਰੂਰਤ ਨਹੀਂ। ਮੇਰੇ ਸ਼ਬਦ ਨਾ ਜਾਣੇ ਕਿਉਂ ਖੁਦ ਸਖਤ ਹੋ ਗਏ ਸੀ। ਪਰਮਿੰਦਰ ਨੇ ਅੱਗੇ ਮੇਰੇ ਨਾਲ ਬਹਿਸ ਨਹੀਂ ਕੀਤੀ। ਅਗਲੇ ਦਿਨ ਆਫਿਸ ਵਿੱਚ ਇੰਨਾ ਕੰਮ ਨਹੀਂ ਸੀ, ਇਸ ਲਈ ਮੈਂ ਸੋਚਿਆ ਕਿ ਛੇਤੀ ਹੀ ਘਰੇ ਚਲਾ ਜਾਵਾਂ। ਕਾਫੀ ਦਿਨਾਂ ਤੋਂ ਮੈਂ ਪਰਮਿੰਦਰ ਨੂੰ ਬਾਹਰ ਨਹੀਂ ਲੈ ਕੇ ਗਿਆ ਸੀ। ਮੇਰਾ ਇਰਾਦਾ ਇਹੀ ਸੀ ਕਿ ਅੱਜ ਬਾਹਰ ਰੈਸਟੋਰੈਂਟ ਵਿੱਚ ਉਸਨੂੰ ਖਾਣਾ ਖਵਾ ਦੇਵਾਂਗਾ ਤੇ ਉਹ ਖੁਸ਼ ਹੋ ਜਾਵੇਗੀ। ਪਰ ਜਿਵੇਂ ਹੀ ਮੈਂ ਅਪਾਰਟਮੈਂਟ ਵਿੱਚ ਦਾਖਲ ਹੋਇਆ, ਮੈਂ ਦੇਖਿਆ ਕਿ ਚੌਕੀਦਾਰ ਆਪਣੀ ਕੁਰਸੀ 'ਤੇ ਬੈਠਾ ਸੀ। ਜਿਵੇਂ ਹੀ ਮੈਂ ਮੇਨ ਗੇਟ ਦੇ ਫਲੈਟ ਦੇ ਵੱਲ ਵਧਿਆ ਕਿ ਮੈਂ ਦੇਖਿਆ ਕਿ ਪਰਮਿੰਦਰ ਕਿਸੇ ਨੌਜਵਾਨ ਨਾਲ ਗੱਲਾਂ ਕਰਨ ਵਿੱਚ ਬਿਜੀ ਸੀ। ਪਰ ਜਿਵੇਂ ਹੀ ਮੇਰੇ 'ਤੇ ਉਸਦੀ ਨਜ਼ਰ ਪਈ, ਉਹ ਤੁਰੰਤ ਪਿੱਛੇ ਹਟ ਗਈ। ਉਹ ਪਹਿਲਾਂ ਕਦੇ ਨਹੀਂ ਦੇਖਿਆ ਸੀ। ਮੈਂ ਕਿਹਾ ਕਿ ਕੌਣ ਆ? ਤਾਂ ਉਹ ਘਬਰਾ ਕੇ ਕਹਿਣ ਲੱਗਿਆ ਕਿ ਮੈਂ ਡਿਲੀਵਰੀ ਮੈਨ ਹਾਂ, ਤੁਹਾਡੀ ਮਿਸਿਜ਼ ਦੇ ਲਈ ਕੁਝ ਆਰਡਰ ਦਿੱਤਾ ਸੀ, ਉਹੀ ਦੇਣ ਆਇਆ ਸੀ। ਉਸਦੀ ਸ਼ਕਲ ਸੂਰਤ ਅਤੇ ਹੁਲੀਏ ਤੋਂ ਉਹ ਮੈਨੂੰ ਕਿਤੋਂ ਵੀ ਡਿਲੀਵਰੀ ਵਾਲਾ ਨਹੀਂ ਲੱਗਦਾ ਸੀ। ਮੈਂ ਪਰਮਿੰਦਰ ਵੱਲ ਦੇਖਿਆ ਤਾਂ ਉਹ ਵੀ ਘਬਰਾਈ ਹੋਈ ਸੀ। ਉਹ ਨੌਜਵਾਨ ਤੁਰੰਤ ਉੱਥੋਂ ਚਲਾ ਗਿਆ। ਜਦੋਂ ਮੈਂ ਘਰ ਦੇ ਅੰਦਰ ਆਇਆ ਤਾਂ ਮੈਂ ਕਿਹਾ ਕਿ ਤੂੰ ਕੀ ਮੰਗਵਾਇਆ ਸੀ। ਮੇਰੀ ਗੱਲ ਸੁਣ ਕੇ ਉਹ ਨਰਵਸ ਹੋ ਗਈ। ਫਿਰ ਕਮਰੇ ਵਿੱਚ ਜਾ ਕੇ ਅਲਮਾਰੀ ਵਿੱਚੋਂ ਇੱਕ ਡੱਬਾ ਲੈ ਕੇ ਆਈ। ਕਹਿਣ ਲੱਗੀ ਕਿ ਇਹ ਘੜੀ ਮੰਗਵਾਈ ਸੀ। ਮੈਂ ਕਿਹਾ ਕਿ ਇੰਨੀ ਛੇਤੀ ਤੂੰ ਅਲਮਾਰੀ ਵਿੱਚ ਕਿਵੇਂ ਰੱਖ ਦਿੱਤੀ। ਮੈਂ ਦੇਖਿਆ
ਉਹ ਸਿਰਫ ਇੱਕ ਸਾਦਾ ਜਿਹਾ ਡੱਬਾ ਸੀ, ਉਸ 'ਤੇ ਕਿਸੇ ਕੰਪਨੀ ਦਾ ਨਾਮ ਨਹੀਂ ਲਿਖਿਆ ਹੋਇਆ ਸੀ। ਉਹ ਕਹਿਣ ਲੱਗੀ ਕਿ ਮੈਂ ਪਹਿਲਾਂ ਅਲਮਾਰੀ ਵਿੱਚੋਂ ਪੈਸੇ ਲੈਣ ਗਈ ਸੀ, ਇਸ ਲਈ ਘੜੀ ਮੈਂ ਪਹਿਲਾਂ ਹੀ ਰੱਖ ਦਿੱਤੀ ਸੀ। ਪਰ ਇਹ ਕਹਿੰਦੇ ਹੋਏ ਵਾਰ-ਵਾਰ ਉਹ ਆਪਣਾ ਪਸੀਨਾ ਚੁੰਨੀ ਨਾਲ ਪੂੰਝ ਰਹੀ ਸੀ। ਮੈਂ ਸ਼ਾਇਦ ਉਸ ਦੀ ਸ਼ੱਕ ਨਾ ਵੀ ਕਰਦਾ ਜੇ ਉਹ ਘਬਰਾਉਂਦੀ ਨਾ। ਮੇਰਾ ਦਿਲ ਹੁਣ ਪਰਮਿੰਦਰ 'ਤੇ ਸ਼ੱਕ ਕਰ ਰਿਹਾ ਸੀ। ਰਾਤ ਦਾ ਡਿਨਰ ਟੇਬਲ 'ਤੇ ਲਗਾਉਂਦੇ ਹੋਏ ਉਹ ਕਹਿਣ ਲੱਗੀ ਕਿ ਜੇ ਤੁਸੀਂ ਜਲਦੀ ਆਉਣਾ ਹੁੰਦਾ ਹੈ ਤਾਂ ਮੈਨੂੰ ਫ਼ੋਨ ਕਰ ਦਿਆ ਕਰੋ। ਮੈਨੂੰ ਉਸ ਦੀ ਇਹ ਵੀ ਗੱਲ ਸਮਝ ਨਹੀਂ ਆਈ। ਮੈਂ ਕਿਹਾ ਕਿ ਕਿਉਂ, ਮੈਂ ਅਚਾਨਕ ਘਰੇ ਨਹੀਂ ਆ ਸਕਦਾ। ਪਰਮਿੰਦਰ ਕਹਿਣ ਲੱਗੀ ਕਿ ਨਹੀਂ, ਮੈਨੂੰ ਫਿਰ ਤੋਂ ਖਾਣਾ ਗਰਮ ਕਰਨਾ ਪੈਂਦਾ। ਇਸ ਵਕਤ ਤਾਂ ਮੈਂ ਸੌਂ ਜਾਂਦੀ ਹਾਂ ਨਾ। ਪਤਾ ਨਹੀਂ ਕਿਉਂ ਮੈਨੂੰ ਲੱਗ ਰਿਹਾ ਸੀ ਕਿ ਜਿਵੇਂ ਮੇਰਾ ਅਚਾਨਕ ਘਰੇ ਆ ਜਾਣਾ ਉਸਨੂੰ ਬੁਰਾ ਲੱਗਿਆ ਸੀ। ਰਾਤ ਨੂੰ ਜਦੋਂ ਮੈਂ ਸੌਣ ਦੇ ਲਈ ਲੇਟਿਆ ਤਾਂ ਉਹ ਕਾਫੀ ਦੇਰ ਕਮਰੇ ਵਿੱਚ ਆਈ ਹੀ ਨਾ। ਉਸਦਾ ਖਿੜਿਆ ਖਿੜਿਆ ਰੂਪ ਦੇਖ ਕੇ ਮੈਂ ਸਭ ਕੁਝ ਭੁੱਲ ਗਿਆ। ਉਸਨੂੰ ਆਪਣੀਆਂ ਬਾਹਾਂ ਵਿੱਚ ਭਰਨ ਲੱਗਿਆ। ਅੱਜ ਬਹੁਤ ਦਿਨਾਂ ਬਾਅਦ ਕੁਝ ਸਮਾਂ ਮਿਲਿਆ ਸੀ ਕਿ ਮੈਂ ਪਰਮਿੰਦਰ ਦੇ ਨਾਲ ਪਿਆਰ ਦੇ ਕੁਝ ਪਲ ਵਧਾ ਸਕਾਂ। ਮੈਂ ਜਿਵੇਂ ਹੀ ਉਸਦੇ ਕਰੀਬ ਹੋਣ ਲੱਗਿਆ ਉਹ ਕਹਿਣ ਲੱਗੀ ਕਿ ਮੈਂ ਸੌਣਾ ਚਾਹੁੰਦੀ ਹਾਂ, ਮੈਂ ਬਹੁਤ ਥੱਕ ਗਈ ਹਾਂ। ਮੈਨੂੰ ਉਸਦਾ ਇਹ ਵਰਤਾਵ ਅਜੀਬ ਜਿਹਾ ਲੱਗਾ। ਅਕਸਰ ਤਾਂ ਮੈਂ ਰਾਤ ਨੂੰ ਬਾਹਰ ਹੀ ਰਹਿੰਦਾ ਸੀ। ਸੁਬਾਹ ਜਦੋਂ ਘਰੇ ਪਹੁੰਚਦਾ ਤਾਂ ਬੇਹੱਦ ਥੱਕਿਆ ਹੋਇਆ ਹੁੰਦਾ ਸੀ। ਨੀਂਦ ਨਾਲ ਮੇਰੀ ਬੁਰੀ ਹਾਲਤ ਹੋ ਜਾਂਦੀ ਸੀ, ਇਸ ਲਈ ਮੈਂ ਪਰਮਿੰਦਰ ਨੂੰ ਟਾਈਮ ਨਹੀਂ ਦੇ ਸਕਦਾ ਸੀ। ਇਸ ਲਈ ਮੈਂ ਸੋਚਿਆ ਕਿ ਚਲੋ ਅੱਜ ਕੁਝ ਵੇਲ ਮਿਲੀ ਆ ਤੇ ਮੈਂ ਮਿਲ ਕੇ ਅਸੀਂ ਇਕੱਠੇ ਕੁਝ ਸਮਾਂ ਗੁਜ਼ਾਰ ਲਵਾਂਗੇ। ਪਰ ਉਸਦਾ ਵਰਤਾਓ ਦੇਖ ਕੇ ਤਾਂ ਮੇਰਾ ਦਿਲ ਬੁੱਝ ਗਿਆ। ਪਰਮਿੰਦਰ ਪਾਸਾ ਲੈ ਕੇ ਸੌਂ ਗਈ ਸੀ ਤੇ ਮੇਰੇ ਦਿਲ ਵਿੱਚ ਮਚਲਦੇ ਪਿਆਰ ਤੇ ਜਜ਼ਬਾਤ ਗੁੱਸੇ ਦੀ ਲਪੇਟ ਵਿੱਚ ਆ ਕੇ ਠੰਡੇ ਪੈ ਚੁੱਕੇ ਸੀ। ਮੇਰੇ ਦਿਲ ਵਿੱਚ ਹੁਣ ਅਜੀਬ ਤਰ੍ਹਾਂ ਦਾ ਸ਼ੱਕ ਪੈਦਾ ਹੋਣ ਲੱਗਿਆ ਸੀ। ਹੁਣ ਮੈਂ ਜਦੋਂ ਵੀ ਆਫਿਸ ਵਿੱਚ ਹੁੰਦਾ ਸੀ ਤਾਂ ਮੇਰਾ ਧਿਆਨ ਪਰਮਿੰਦਰ ਵੱਲ ਹੀ ਲੱਗਿਆ ਰਹਿੰਦਾ ਸੀ। ਅੱਜ ਵੀ ਮੈਂ ਉਸਨੂੰ ਫੋਨ ਕਰ ਰਿਹਾ ਸੀ ਪਰ ਉਸਦਾ ਫੋਨ ਬਿਜੀ ਆ ਰਿਹਾ ਸੀ। ਮੈਂ ਲਗਾਤਾਰ 5-5 ਮਿੰਟ ਬਾਅਦ ਫਿਰ ਤੋਂ ਫੋਨ ਕਰ ਰਿਹਾ ਸੀ ਪਰ ਉਸਦਾ ਫੋਨ ਬਿਜੀ ਸੀ। ਜੇ ਮੇਰੀ ਜਗ੍ਹਾ ਕੋਈ ਹੋਰ ਮਰਦ ਹੁੰਦਾ ਤਾਂ ਕਦੋਂ ਦਾ ਪਰਮਿੰਦਰ 'ਤੇ ਸ਼ੱਕ ਕਰਕੇ ਉਸਨੂੰ ਘਰ ਤੋਂ ਕੱਢ ਚੁੱਕਿਆ ਹੁੰਦਾ। ਪਰ ਇਹ ਤਾਂ ਮੈਂ ਹੀ ਸੀ ਜੋ ਅਜੇ ਤੱਕ ਇਹ ਸਭ ਕੁਝ ਬਰਦਾਸ਼ਤ ਕਰ ਰਿਹਾ ਸੀ। ਮੈਂ ਘਰੇ ਗਿਆ ਤਾਂ ਚੌਕੀਦਾਰ ਕਾਫੀ ਖੁਸ਼ ਲੱਗ ਰਿਹਾ ਸੀ। ਉਸਦੇ ਚਿਹਰੇ 'ਤੇ ਮੁਸਕਰਾਹਟ ਫੈਲੀ ਹੋਈ ਸੀ। ਨਾ ਜਾਣੇ ਕਿਉਂ ਉਸਦੀ ਮੁਸਕਰਾਹਟ ਮੈਨੂੰ ਚਿੜਾ ਰਹੀ ਸੀ। ਉਸਨੂੰ ਮੁਸਕਰਾਉਂਦਾ ਹੋਇਆ ਦੇਖ ਕੇ ਮੈਂ ਇੱਕ ਨਜ਼ਰ ਉਸਦੀ ਚਿਹਰੇ 'ਤੇ ਗੌਰ ਨਾਲ ਪਾਈ ਤਾਂ ਲੱਗਿਆ ਜਿਵੇਂ ਮੈਨੂੰ ਦੇਖ ਕੇ ਉਸਦੇ ਚਿਹਰੇ 'ਤੇ ਹੋਰ ਵੀ ਮੁਸਕਰਾਹਟ ਆ ਗਈ ਹੋਵੇ। ਉਹ ਹੱਸਣ ਲੱਗਿਆ ਸੀ। ਨਾ ਜਾਣੇ ਕਿਉਂ ਮੈਨੂੰ ਉਸਦਾ ਹਾਸਾ ਜ਼ਹਿਰ ਲੱਗ ਰਿਹਾ ਸੀ। ਉਹ ਤੁਰੰਤ ਆਪਣੀ ਕੁਰਸੀ ਤੋਂ ਉੱਠਿਆ ਤੇ ਮੇਰੇ ਕੋਲ ਆਇਆ। ਕਹਿਣ ਲੱਗਿਆ, ਕੀ ਗੱਲ ਹੈ ਸਾਹਿਬ, ਬੜੇ ਗੁੱਸੇ ਵਿੱਚ ਲੱਗ ਰਹੇ ਹੋ। ਮੈਂ ਉਸਦੀ ਗੱਲ ਦਾ ਕੋਈ ਜਵਾਬ ਨਹੀਂ ਦਿੱਤਾ ਤੇ ਆਪਣੇ ਫਲੈਟ ਵਿੱਚ ਚਲਾ ਆਇਆ। ਮੈਂ ਫਲੈਟ ਦੇ ਦਰਵਾਜ਼ੇ 'ਤੇ ਪਹੁੰਚਿਆ ਤਾਂ ਲਗਾਤਾਰ ਬੈਲ ਵਜਾ ਰਿਹਾ ਸੀ ਪਰ ਦਰਵਾਜ਼ਾ ਨਾ ਖੁੱਲਿਆ। ਮੈਂ ਆਪਣੇ ਕੋਲ ਪਈ ਹੋਈ ਇੱਕ ਫਾਲਤੂ ਚਾਬੀ ਕੱਢੀ ਤੇ ਉਸ ਘਰ ਦਾ ਦਰਵਾਜ਼ਾ ਖੋਲ੍ਹਣ ਹੀ ਲੱਗਿਆ। ਜਿਵੇਂ ਹੀ ਦਰਵਾਜ਼ਾ ਖੋਲ੍ਹਿਆ ਤਾਂ ਡਰੀ ਸਹਿਮੀ ਹੋਈ ਪਰਮਿੰਦਰ ਮੇਰੇ ਸਾਹਮਣੇ ਖੜੀ ਸੀ, ਜੋ ਸ਼ਾਇਦ ਦਰਵਾਜ਼ਾ ਖੋਲ੍ਹਣ ਦੇ ਲਈ ਹੀ ਆ ਰਹੀ ਸੀ। ਇਸ ਤਰ੍ਹਾਂ ਅਚਾਨਕ ਦਰਵਾਜ਼ਾ ਖੁੱਲ੍ਹਣ 'ਤੇ ਉਹ ਸਹਿਮ ਗਈ ਸੀ। ਅਗਲੇ ਹੀ ਪਲ ਉਹ ਹੱਸਣ ਲੱਗੀ ਤੇ ਬੋਲੀ, ਕੀ ਗੱਲ ਸਾਰਜ, ਤੁਹਾਨੂੰ ਕੀ ਹੋ ਗਿਆ? ਮੈਂ ਤਾਂ ਨਹਾ ਰਹੀ ਸੀ, ਤੁਸੀਂ ਤਾਂ ਇਸ ਤਰ੍ਹਾਂ ਲਗਾਤਾਰ ਦਰਵਾਜ਼ਾ ਖੜਕਾ ਰਹੇ ਸੀ ਜਿਵੇਂ ਪਤਾ ਨਹੀਂ ਕੀ ਕਿਆਮਤ ਹੋ ਗਈ ਹੋਵੇ। ਮੈਨੂੰ ਪਹਿਲੀ ਵਾਰ ਪਰਮਿੰਦਰ 'ਤੇ ਗੁੱਸਾ ਆਇਆ ਸੀ। ਮੈਂ ਦਰਵਾਜ਼ਾ ਉਸੇ ਤਰ੍ਹਾਂ ਖੁੱਲ੍ਹਾ ਹੀ ਛੱਡ ਦਿੱਤਾ ਤੇ ਅੰਦਰ ਆ ਗਿਆ। ਅਗਲੇ ਹੀ ਪਲ ਮੈਂ ਪਰਮਿੰਦਰ ਨੂੰ ਪੁੱਛਿਆ ਕਿ ਤੇਰਾ ਫੋਨ ਕਿਉਂ ਬਿਜੀ ਆ ਰਿਹਾ ਸੀ? ਮੈਂ ਜਦੋਂ ਵੀ ਫੋਨ ਕਰਦਾ ਤੇਰਾ ਨੰਬਰ ਬਿਜੀ ਆ ਰਿਹਾ ਸੀ, ਤਾਂ ਮੇਰੀ ਕਾਲ ਕਿਉਂ ਨਹੀਂ ਚੱਕ ਰਹੀ ਸੀ? ਹੁਣ ਦਰਵਾਜ਼ਾ ਵੀ ਇੰਨਾ ਲੇਟ ਖੋਲ੍ਹਿਆ, ਇਸ ਦਾ ਮਤਲਬ ਹੈ ਕਿ ਮੈਨੂੰ ਖੁਦ ਵੀ ਪਤਾ ਨਹੀਂ ਸੀ ਕਿ ਮੈਂ ਕੀ ਬੋਲਣਾ ਹੈ, ਪਰ ਜੋ ਮੇਰੇ ਮੂੰਹ ਵਿੱਚ ਆ ਰਿਹਾ ਸੀ ਮੈਂ ਬੋਲਦਾ ਹੀ ਜਾ ਰਿਹਾ ਸੀ। ਮੇਰੀ ਗੱਲ ਸੁਣ ਕੇ ਪਰਮਿੰਦਰ ਡਰ ਦੇ ਨਾਲ ਸਹਿਮ ਗਈ ਸੀ। ਉਸਦੀਆਂ ਅੱਖਾਂ ਵਿੱਚ ਡਰ ਚਮਕਣ ਲੱਗਿਆ ਸੀ। ਕਹਿਣ ਲੱਗੀ, ਇਹ ਕੀ ਗੱਲ ਹੋਈ ਸਾਰਜ, ਤੁਸੀਂ ਮੇਰੇ 'ਤੇ ਗੁੱਸਾ ਕਰ ਰਹੇ ਹੋ? ਥੋੜ੍ਹੀ ਹੀ ਤਾਂ ਦੇਰ ਹੋਈ ਦਰਵਾਜ਼ਾ ਖੋਲ੍ਹਣ ਵਿੱਚ, ਤੇ ਰਹੀ ਗੱਲ ਮੋਬਾਈਲ ਦੀ ਤਾਂ ਉਹ ਸੁਬਾਹ ਦੁੱਧ ਵਿੱਚ ਡਿੱਗ ਗਿਆ ਸੀ। ਜਦੋਂ ਮੈਂ ਸੁਬਾਹ ਆਪਣੀ ਕਾਲ ਅਟੈਂਡ ਕਰਨ ਲੱਗੀ ਉਸੇ ਵਕਤ ਮੋਬਾਈਲ ਦੁੱਧ ਵਿੱਚ ਡਿੱਗ ਪਿਆ ਸੀ ਤੇ ਉੱਥੇ ਹੀ ਹੈਂਗ ਹੋ ਗਿਆ। ਉਸਦੀ ਸਕਰੀਨ ਔਨ ਨਹੀਂ ਹੋ ਰਹੀ, ਉਹ ਬਿਲਕੁਲ ਵੀ ਨਹੀਂ ਚੱਲ ਰਿਹਾ। ਮੈਂ ਉਸਨੂੰ ਚੰਗੀ ਤਰ੍ਹਾਂ ਸੁਕਾ ਕੇ ਸਹੀ ਕਰਨ ਦੀ ਕੋਸ਼ਿਸ਼ ਵੀ ਕੀਤੀ ਤਾਂ 10 ਮਿੰਟ ਪਹਿਲਾਂ ਹੀ ਉਹ ਸਹੀ ਹੋਇਆ ਤੇ ਉਸਦੀ ਸਕਰੀਨ ਵੀ ਖੁੱਲ੍ਹ ਗਈ ਸੀ। ਸ਼ਾਇਦ ਇਸੇ ਵਜ੍ਹਾ ਨਾਲ ਤੁਹਾਨੂੰ ਵਾਰ-ਵਾਰ ਮੇਰਾ ਨੰਬਰ ਬਿਜੀ ਦੱਸਿਆ ਜਾ ਰਿਹਾ ਹੋਵੇਗਾ। ਮੈਂ ਉਸਦੀ ਕੋਈ ਵੀ ਗੱਲ ਸੁਣੇ ਬਗੈਰ ਕਮਰੇ ਵਿੱਚ ਚਲਾ ਆਇਆ। ਆਪਣਾ ਬੈਗ ਤੇ ਟਾਈ ਗੁੱਸੇ ਵਿੱਚ ਬੈੱਡ 'ਤੇ ਸੁੱਟੀ ਤੇ ਨਹਾਉਣ ਦੇ ਲਈ ਬਾਥਰੂਮ ਵਿੱਚ ਚਲਾ ਗਿਆ। ਨਾ ਜਾਣੇ ਕਿਉਂ ਮੈਨੂੰ ਪਰਮਿੰਦਰ ਦੀ ਕਿਸੇ ਵੀ ਗੱਲ 'ਤੇ ਵਿਸ਼ਵਾਸ ਨਹੀਂ
ਆ ਰਿਹਾ ਸੀ। ਅਜਿਹਾ ਲੱਗ ਰਿਹਾ ਸੀ ਜਿਵੇਂ ਉਹ ਸਰਾਸਰ ਝੂਠ ਬੋਲ ਰਹੀ ਹੋਵੇ। ਆਖਰ ਇੱਕ ਦਿਨ ਕੁਝ ਅਜਿਹਾ ਹੋਇਆ ਜਿਸ ਤੋਂ ਬਾਅਦ ਮੈਂ ਪੂਰੀ ਤਰ੍ਹਾਂ ਪਰਮਿੰਦਰ ਦੇ ਖਿਲਾਫ ਹੋ ਗਿਆ। ਸ਼ੱਕ ਦਾ ਬੀਜ ਬਹੁਤ ਤਾਕਤਵਰ ਦਰਖਤ ਬਣ ਚੁੱਕਿਆ ਸੀ। ਇਹ ਗੱਲ ਸੱਚ ਹੈ ਕਿ ਮੈਂ ਪਰਮਿੰਦਰ ਨੂੰ ਬੇਤਹਾਸ਼ਾ ਮੁਹੱਬਤ ਕਰਦਾ ਸੀ, ਪਰ ਉਸਨੇ ਜੋ ਵੀ ਮੇਰੇ ਨਾਲ ਕੀਤਾ ਸ਼ਾਇਦ ਹੀ ਕੋਈ ਪਤਨੀ ਆਪਣੇ ਪਤੀ ਦੇ ਨਾਲ ਕਰਦੀ ਹੋਵੇਗੀ। ਉਸ ਦਿਨ ਮੈਂ ਕੰਮ ਤੋਂ ਛੇਤੀ ਘਰੇ ਵਾਪਸ ਆਇਆ ਕਿਉਂਕਿ ਮੈਂ ਪਰਮਿੰਦਰ ਦੇ ਖਿਲਾਫ ਹੋਰ ਜ਼ਿਆਦਾ ਸ਼ੱਕ ਨਹੀਂ ਕਰਨਾ ਚਾਹੁੰਦਾ ਸੀ। ਮੈਂ ਚਾਹੁੰਦਾ ਸੀ ਕਿ ਉਸ ਦੇ ਨਾਲ ਬੈਠਾਂ, ਗੱਲਾਂ ਕਰਾਂ, ਉਸ ਦੇ ਨਾਲ ਕੁਝ ਟਾਈਮ ਗੁਜ਼ਾਰਾਂ ਤਾਂ ਕਿ ਸਾਡੇ ਦੋਨਾਂ ਦੇ ਵਿੱਚ ਚੰਗੀ ਅੰਡਰਸਟੈਂਡਿੰਗ ਹੋ ਸਕੇ। ਮੇਰੇ ਦਿਲ ਵਿੱਚ ਉਸ ਦੇ ਖਿਲਾਫ ਜਿੰਨੇ ਵੀ ਸ਼ੱਕ ਨੇ ਮੈਂ ਉਹਨਾਂ ਨੂੰ ਖਤਮ ਕਰ ਸਕਾਂ। ਪਰ ਉਸ ਦਿਨ ਜਦੋਂ ਮੈਂ ਛੇਤੀ ਘਰੇ ਆਇਆ ਤਾਂ ਦਰਵਾਜ਼ੇ ਤੇ ਤਾਲਾ ਲੱਗਿਆ ਹੋਇਆ ਸੀ। ਮੈਂ ਹੈਰਾਨ ਹੋਇਆ। ਮੈਨੂੰ ਤਾਂ ਪਰਮਿੰਦਰ ਨੇ ਬਿਲਕੁਲ ਵੀ ਨਹੀਂ ਦੱਸਿਆ ਕਿ ਉਹ ਕਿਤੇ ਜਾ ਰਹੀ ਹੈ। ਮੈਂ ਆਪਣੇ ਕੋਲ ਮੌਜੂਦ ਚਾਬੀ ਨਾਲ ਦਰਵਾਜ਼ਾ ਖੋਲ੍ਹਿਆ ਤੇ ਘਰ ਦੇ ਅੰਦਰ ਦਾਖਲ ਹੋਇਆ। ਘਰ ਬਿਲਕੁਲ ਖਾਲੀ ਸੀ। ਆਖਰ ਪਰਮਿੰਦਰ ਕਿੱਥੇ ਜਾ ਸਕਦੀ ਸੀ? ਮੈਂ ਤੁਰੰਤ ਉਸਦੇ ਮੋਬਾਈਲ ਤੇ ਮਿਸ ਕਾਲ ਮਾਰੀ ਤਾਂ ਉਸਦਾ ਮੋਬਾਈਲ ਉੱਥੇ ਸੋਫੇ ਤੇ ਪਿਆ ਹੋਇਆ ਸੀ। ਜਦੋਂ ਮੈਂ ਉਹਦਾ ਮੋਬਾਈਲ ਚੱਕ ਕੇ ਦੇਖਿਆ ਤਾਂ ਉੱਥੇ ਅਣਗਿਣਤ ਮਿਸ ਕਾਲਾਂ ਆਈਆਂ ਹੋਈਆਂ ਸੀ। ਮੈਂ ਉਸ ਨੰਬਰ ਨੂੰ ਆਪਣੇ ਫੋਨ ਵਿੱਚ ਸੇਵ ਹੀ ਕਰਨ ਵਾਲਾ ਸੀ ਕਿ ਉਦੋਂ ਹੀ ਮੈਨੂੰ ਕਿਸੇ ਕੁੜੀ ਦੀ ਜ਼ੋਰਦਾਰ ਚੀਖ ਸੁਣਾਈ ਦਿੱਤੀ। ਮੈਂ ਛੇਤੀ ਬਾਹਰ ਆ ਕੇ ਦੇਖਿਆ ਤਾਂ ਮਹਿੰਦਰ ਅੰਕਲ ਦੀ ਬੇਟੀ ਕੁਲਦੀਪ ਸਾਡੇ ਘਰ ਵਿੱਚ ਦਾਖਲ ਹੋਈ। ਉਹ ਲੜਖੜਾਉਂਦੇ ਹੋਏ ਅੰਦਰ ਦਾਖਲ ਹੋਈ ਤੇ ਉਹ ਵਾਰ-ਵਾਰ ਪਿੱਛੇ ਦੇਖ ਰਹੀ ਸੀ। ਕਹਿਣ ਲੱਗੀ, ਸਾਰਜ, ਲੋਕ ਘਰ ਦੇ ਬਾਹਰ ਚੌਕੀਦਾਰੀ ਦੇ ਲਈ ਕੁੱਤੇ ਪਾਲਦੇ ਨੇ ਤੇ ਆਪਣੇ ਤਾਂ ਚੂਹੇ ਹੀ ਪਾਲ ਰੱਖੇ ਨੇ। ਹੁਣੇ ਇੰਨਾ ਮੋਟਾ ਚੂਹਾ ਮੇਰੇ ਪੈਰ ਤੇ ਚੜ ਗਿਆ ਸੀ ਕਿ ਡਰਦੇ ਮਾਰੇ ਮੇਰੀ ਤਾਂ ਜਾਨ ਹੀ ਨਿਕਲ ਗਈ। ਉਹ ਵੈਸੇ ਵੀ ਹਸਮੁਖ ਤੇ ਸ਼ਰਾਰਤੀ ਸੀ। ਮੇਰਾ ਧਿਆਨ ਮੋਬਾਈਲ ਤੋਂ ਹਟ ਚੁੱਕਿਆ ਸੀ। ਉਹ ਆਪਣੇ ਹੱਥ ਵਿੱਚ ਖੀਰ ਦਾ ਡੋਂਗਾ ਲੈ ਕੇ ਅੰਦਰ ਦਾਖਲ ਹੋਈ ਤੇ ਕਹਿਣ ਲੱਗੀ, ਇਹ ਖੀਰ ਮੈਂ ਪਰਮਿੰਦਰ ਦੇ ਲਈ ਲਿਆਈ ਸੀ, ਪਰ ਉਹ ਮੈਨੂੰ ਕਿਤੇ ਨਜ਼ਰ ਨਹੀਂ ਆ ਰਹੀ। ਮੈਂ ਜੋ ਪਹਿਲਾਂ ਹੀ ਗਵਾਚਿਆ ਹੋਇਆ ਸੀ ਉਸ ਤੋਂ ਖੀਰ ਵਾਲਾ ਭਾਂਡਾ ਲੈਣ ਤੋਂ ਬਾਅਦ ਉਸਦਾ ਸ਼ੁਕਰੀਆ ਕਰਨ ਲੱਗਿਆ ਤੇ ਬੋਲਿਆ ਕਿ ਪਤਾ ਨਹੀਂ ਉਹ ਕਿੱਥੇ ਗਈ ਹੈ। ਮੈਂ ਹੁਣੇ-ਹੁਣੇ ਘਰੇ ਆਇਆ ਹਾਂ। ਕੁਲਦੀਪ ਕਹਿਣ ਲੱਗੀ, ਅੱਛਾ, ਉਹ ਤਾਂ ਅਕਸਰ ਕਿਤੇ ਜਾਂਦੀ ਰਹਿੰਦੀ ਹੈ। ਇਸੇ ਸਮੇਂ ਤਾਂ ਉਹ ਰੋਜ਼ ਹੀ ਬਾਹਰ ਹੁੰਦੀ ਹੈ। ਅੱਜ ਦਰਵਾਜ਼ਾ ਖੋਲ੍ਹਿਆ ਦੇਖਿਆ ਤਾਂ ਸੋਚਿਆ ਉਹ ਘਰੇ ਹੋਵੇਗੀ, ਇਸ ਲਈ ਖੀਰ ਦੇਣ ਚਲੀ ਆਈ। ਕੁਲਦੀਪ ਦੀਆਂ ਗੱਲਾਂ ਮੈਨੂੰ ਹੋਰ ਵੀ ਸ਼ੱਕ ਵਿੱਚ ਪਾ ਰਹੀਆਂ ਸੀ। ਕੁਲਦੀਪ ਉੱਥੋਂ ਜਾ ਚੁੱਕੀ ਸੀ ਜਦ ਕਿ ਮੈਂ ਇਸ ਤਰ੍ਹਾਂ ਚੁੱਪਚਾਪ ਖੀਰ ਨੂੰ ਖਾਂਦਾ ਰਿਹਾ। ਥੋੜ੍ਹੀ ਦੇਰ ਬਾਅਦ ਹੀ ਪਰਮਿੰਦਰ ਘਰ ਆਈ। ਖੁੱਲ੍ਹਿਆ ਦਰਵਾਜ਼ਾ ਦੇਖ ਕੇ ਉਹ ਥੋੜ੍ਹੀ ਹੈਰਾਨ ਹੋਈ, ਪਰ ਮੈਨੂੰ ਬੈਠਿਆ ਦੇਖ ਕੇ ਤਾਂ ਜਿਵੇਂ ਉਸਦਾ ਚਿਹਰਾ ਪੀਲਾ ਹੋ ਚੁੱਕਿਆ ਸੀ। ਅਚਾਨਕ ਹੀ ਕਹਿਣ ਲੱਗੀ ਕਿ ਤੁਸੀਂ ਇੰਨੀ ਜਲਦੀ ਘਰ ਕਿਵੇਂ ਆ ਗਏ, ਮੈਨੂੰ ਦੱਸਿਆ ਨਹੀਂ। ਉਹ ਘਬਰਾਈ ਹੋਈ ਸੀ, ਪਰ ਮੈਂ ਵੀ ਕੋਈ ਜਵਾਬ ਨਹੀਂ ਦਿੱਤਾ। ਮੈਂ ਥੋੜ੍ਹੀ ਦੇਰ ਬਾਅਦ ਉਸਨੂੰ ਕਿਹਾ ਕਿ ਤੂੰ ਇਸ ਵਕਤ ਕਿੱਥੇ ਗਈ ਸੀ, ਪਹਿਲਾਂ ਇਸ ਗੱਲ ਦਾ ਜਵਾਬ ਦੇ। ਉਹ ਕਹਿਣ ਲੱਗੀ ਕਿ ਮੈਂ ਆਪਣੀ ਮਾਂ ਦੇ ਘਰੇ ਗਈ ਸੀ। ਉਸਦੇ ਚਿਹਰੇ ਤੋਂ ਸਾਫ਼ ਜ਼ਾਹਿਰ ਸੀ ਕਿ ਉਹ ਝੂਠ ਬੋਲ ਰਹੀ ਹੈ। ਜਦ ਕਿ ਮੈਂ ਅੰਦਰ ਹੀ ਅੰਦਰ ਕੋਝਣ ਲੱਗਿਆ। ਪਰਮਿੰਦਰ ਨਾਲ ਮੇਰੀ ਜਾਣ ਪਹਿਚਾਣ ਵਿਆਹ ਤੋਂ ਪਹਿਲਾਂ ਤੋਂ ਹੀ ਸੀ, ਕਿਉਂਕਿ ਪਰਮਿੰਦਰ ਮੇਰੀ ਮੰਮੀ ਦੀ ਸਹੇਲੀ ਦੀ ਬੇਟੀ ਸੀ, ਤਾਂ ਸਾਡਾ ਇੱਕ ਦੂਜੇ ਦੇ ਘਰੇ ਆਉਣਾ ਜਾਣਾ ਹੁੰਦਾ ਹੀ ਰਹਿੰਦਾ ਸੀ। ਪਰ ਮੈਨੂੰ ਨਹੀਂ ਪਤਾ ਸੀ ਕਿ ਪਰਮਿੰਦਰ ਇੰਨੀ ਗਿਰੀ ਹੋਈ ਕੁੜੀ ਵੀ ਹੋ ਸਕਦੀ ਹੈ ਕਿ ਉਹ ਆਪਣੇ ਪਤੀ ਨੂੰ ਧੋਖਾ ਦਿੰਦੀ ਰਹੀ। ਹੁਣ ਮੈਨੂੰ ਇੱਕ ਅਜੀਬ ਜਿਹਾ ਡਿਪਰੈਸ਼ਨ ਨੇ ਆਪਣੇ ਆਪ ਨੂੰ ਸ਼ਿਕਾਰ ਬਣਾ ਲਿਆ ਸੀ। ਮੈਂ ਖੁਦ ਨੂੰ ਪਰਮਿੰਦਰ ਤੋਂ ਦੂਰ ਕਰਨ ਲੱਗਿਆ। ਸਮਝ ਨਹੀਂ ਆਉਂਦਾ ਸੀ ਕਿ ਆਖਰ ਇਹ ਕੀ ਚੱਲ ਰਿਹਾ। ਮੈਂ ਪਰਮਿੰਦਰ ਨੂੰ ਕਿਸੇ ਚੀਜ਼ ਦੀ ਕਮੀ ਮਹਿਸੂਸ ਨਹੀਂ ਹੋਣ ਦਿੱਤੀ ਸੀ। ਉਸਦੇ ਲਈ ਦੁਨੀਆ ਦੀ ਹਰ ਚੀਜ਼ ਘਰ ਵਿੱਚ ਮੌਜੂਦ ਸੀ ਤੇ ਮੈਂ ਵੀ ਸ਼ਕਲ ਸੂਰਤ ਵਿੱਚ ਕੋਈ ਬੁਰਾ ਨਹੀਂ ਸੀ। ਇਹਨਾਂ ਸੋਚਾਂ ਵਿੱਚ ਗੁੰਮ ਹੋ ਕੇ ਮੇਰੀ ਸਿਹਤ ਹੁਣ ਖਰਾਬ ਰਹਿਣ ਲੱਗੀ ਸੀ। ਉਸ ਦਿਨ ਵੀ ਮੈਨੂੰ ਬਹੁਤ ਤੇਜ਼ ਬੁਖਾਰ ਸੀ, ਪਰ ਪਰਮਿੰਦਰ ਨੂੰ ਮੇਰੀ ਬਿਲਕੁਲ ਵੀ ਪਰਵਾਹ ਨਹੀਂ ਸੀ। ਉਹ ਤਾਂ ਬਿਲਕੁਲ ਹੀ ਅਣਜਾਣ ਬਣੀ ਬੈਠੀ ਹੋਈ ਸੀ। ਮੈਂ ਖੁਦ ਹੀ ਬੁਖਾਰ ਦੀ ਦਵਾਈ ਲਈ ਤੇ ਕਮਰੇ ਦੇ ਅੰਦਰ ਚਲਾ ਗਿਆ। ਅਜੇ ਮੈਨੂੰ ਦਫ਼ਤਰ ਆਏ ਹੋਏ ਕੁਝ ਹੀ ਦੇਰ ਹੋਈ ਸੀ ਕਿ ਮੇਰੇ ਮੋਬਾਈਲ ਤੇ ਨੋਟੀਫਿਕੇਸ਼ਨ ਟਿਊਨ ਵੱਜੀ। ਜਦੋਂ ਮੈਂ ਆਪਣਾ ਮੋਬਾਈਲ ਦੇਖਿਆ ਤਾਂ ਮੈਂ ਬਹੁਤ ਟੁੱਟ ਚੁੱਕਿਆ ਸੀ। ਮੈਂ ਬਹੁਤ ਮੁਸ਼ਕਲ ਨਾਲ ਆਪਣੇ ਆਪ ਨੂੰ ਸੰਭਾਲਦੇ ਹੋਏ ਆਪਣੇ ਮੋਬਾਈਲ ਤੇ ਨਜ਼ਰ ਮਾਰੀ ਤੇ ਉੱਥੇ ਮੇਰੀ ਪਤਨੀ ਦੀਆਂ ਬੇਹੁਦਾ ਤਸਵੀਰਾਂ ਨੂੰ ਦੇਖਿਆ ਤਾਂ ਦੁਬਾਰਾ ਦੇਖਣ ਦੀ ਹਿੰਮਤ ਨਹੀਂ ਹੋਈ। ਇਹ ਕੋਈ ਅਨਨੋਨ ਨੰਬਰ ਸੀ ਜਿਸ ਤੋਂ ਮੈਨੂੰ ਮੇਰੀ ਪਤਨੀ ਪਰਮਿੰਦਰ ਦੀਆਂ ਬਹੁਤ ਹੀ ਬੇਹੁਦਾ ਤਸਵੀਰਾਂ ਭੇਜੀਆਂ ਗਈਆਂ ਸੀ। ਉਸਦੇ ਨਾਲ ਜੋ ਮੁੰਡਾ ਸੀ, ਉਹ ਮੁੰਡਾ ਨਾ ਤਾਂ ਚੌਕੀਦਾਰ ਸੀ ਤੇ ਨਾ ਹੀ ਉਹ ਕੋਰੀਅਰ ਵਾਲਾ। ਮੇਰੇ ਦਿਲ ਨੂੰ ਇਸੇ ਤਰ੍ਹਾਂ ਸੱਟ ਲੱਗੀ ਕਿ ਮੈਂ ਪਾਗਲ ਜਿਹਾ ਹੋਣ ਲੱਗਿਆ ਸੀ। ਉਸ ਦਿਨ ਮੈਂ ਘਰੇ ਵੀ ਨਹੀਂ ਗਿਆ ਸੀ। ਮੇਰੀ ਪਤਨੀ ਮੈਨੂੰ ਫੋਨ ਕਰਦੀ ਰਹੀ, ਪਰ ਮੇਰੇ ਦਿਲ ਵਿੱਚ ਤਾਂ ਬਦਲੇ ਦੀ ਅੱਗ ਲੱਗੀ ਹੋਈ ਸੀ।
ਉਸ ਦਿਨ ਮੈਂ ਸੋਚਣ ਲੱਗਿਆ ਕਿ ਆਪਣੀ ਪਤਨੀ ਤੋਂ ਬਦਲਾ ਲੈ ਕੇ ਹੀ ਰਹੂੰਗਾ। ਮੈਂ ਉਸਨੂੰ ਅਜਿਹੀ ਸਜ਼ਾ ਦੇਣੀ ਚਾਹੁੰਦਾ ਸੀ ਕਿ ਉਹ ਅੰਦਰ ਹੀ ਅੰਦਰ ਜ਼ਿੰਦਗੀ ਭਰ ਤੜਫਦੀ ਰਹੇ। ਮੈਂ ਚਾਹੁੰਦਾ ਤਾਂ ਉਸਨੂੰ ਤਲਾਕ ਦੇ ਕੇ ਘਰ ਤੋਂ ਕੱਢ ਵੀ ਸਕਦਾ ਸੀ, ਪਰ ਮੈਂ ਅਜਿਹਾ ਨਹੀਂ ਕਰਦਾ ਸੀ। ਜੇ ਮੈਂ ਅਜਿਹਾ ਕਰ ਵੀ ਦਿੰਦਾ ਤਾਂ ਉਹ ਹੋਰ ਵੀ ਜ਼ਿਆਦਾ ਆਜ਼ਾਦ ਹੋ ਜਾਣੀ ਸੀ। ਮੈਂ ਉਸਨੂੰ ਤਾਂ ਪਲ ਪਲ ਤੜਫਾਉਣਾ ਚਾਹੁੰਦਾ ਸੀ ਤੇ ਮੇਰੇ ਦਿਮਾਗ ਵਿੱਚ ਦੂਜਾ ਵਿਆਹ ਕਰਵਾਉਣ ਦਾ ਖਿਆਲ ਆਇਆ। ਮੇਰੀ ਨਜ਼ਰ ਵਿੱਚ ਕੋਈ ਕੁੜੀ ਨਾ ਆਈ ਤਾਂ ਮੈਨੂੰ ਆਪਣੇ ਫਲੈਟ ਦੇ ਸਾਹਮਣੇ ਮੌਜੂਦ ਫਲੈਟ ਵਿੱਚ ਰਹਿਣ ਵਾਲੀ ਕੁੜੀ ਕੁਲਦੀਪ ਯਾਦ ਆਈ। ਮੈਂ ਜਾਣਦਾ ਸੀ ਕਿ ਉਹ ਦਿਲ ਹੀ ਦਿਲ ਵਿੱਚ ਮੈਨੂੰ ਪਸੰਦ ਵੀ ਕਰਦੀ ਸੀ, ਪਰ ਮੇਰਾ ਵਿਆਹ ਹੋਣ ਤੋਂ ਬਾਅਦ ਉਸਨੇ ਦੁਬਾਰਾ ਕਦੇ ਵੀ ਮੇਰੇ ਨਾਲ ਉਹ ਵਰਤਾਓ ਨਹੀਂ ਰੱਖਿਆ ਸੀ। ਅਗਲੇ ਹੀ ਦਿਨ ਮੈਂ ਉਸਦੇ ਕੋਲ ਗਿਆ, ਉਸਨੂੰ ਕਿਹਾ ਕਿ ਮੈਂ ਤੇਰੇ ਨਾਲ ਵਿਆਹ ਕਰਵਾਉਣਾ ਚਾਹੁੰਦਾ ਹਾਂ। ਉਹ ਇਸ ਗੱਲ ਤੋਂ ਅਣਜਾਣ ਸੀ ਕਿ ਮੈਂ ਬਦਲੇ ਦੀ ਅੱਗ ਵਿੱਚ ਉਸਦੇ ਨਾਲ ਵਿਆਹ ਕਰਵਾਉਣ ਵਾਲਾ ਹਾਂ। ਉਸਨੂੰ ਸਿਰਫ ਇੰਨਾ ਹੀ ਦੱਸਿਆ ਕਿ ਮੈਂ ਤੇਰੇ ਜਜ਼ਬਾਤਾਂ ਦੀ ਕਦਰ ਕਰਦਾ ਹਾਂ ਤੇ ਹੁਣ ਤੇਰੇ ਨਾਲ ਵਿਆਹ ਕਰਵਾਉਣਾ ਚਾਹੁੰਦਾ ਹਾਂ। ਮੈਂ ਤੇ ਕੁਲਦੀਪ ਨੇ ਮੰਦਿਰ ਵਿੱਚ ਜਾ ਕੇ ਵਿਆਹ ਕਰਵਾ ਲਿਆ। ਕੁਲਦੀਪ ਦੇ ਘਰ ਵਿੱਚ ਉਸਦੇ ਸਿਰਫ ਇੱਕ ਬੁੱਢੇ ਪਾਪਾ, ਉਸਦੀ ਮਾਂ, ਭੈਣ ਜਾਂ ਕੋਈ ਹੋਰ ਉਸਦਾ ਭਰਾ ਨਹੀਂ ਸੀ। ਫਿਰ ਮੈਂ ਆਪਣੇ ਘਰ ਕੁਲਦੀਪ ਦੇ ਨਾਲ ਵਿਆਹ ਕਰਕੇ ਦਾਖਲ ਹੋਇਆ। ਭਲਾ ਹੀ ਮੇਰੇ ਦਿਲ ਵਿੱਚ ਜੋ ਗੁਜ਼ਰ ਰਹੀ ਸੀ, ਪਰ ਘਰ ਵਿੱਚ ਦਾਖਲ ਹੁੰਦੇ ਹੀ ਮੈਂ ਕੁਲਦੀਪ ਦਾ ਹੱਥ ਫੜ ਲਿਆ ਤੇ ਚਿਹਰੇ ਤੇ ਮੁਸਕਰਾਹਟ ਲੈ ਆਂਦੀ। ਸੋਚਿਆ ਸੀ ਕਿ ਪਰਮਿੰਦਰ ਇਸ ਤਰ੍ਹਾਂ ਦੇਖੇਗੀ ਤਾਂ ਤੜਫੂਗੀ, ਰੋਵੇਗੀ, ਪਿੱਟੇਗੀ, ਮੇਰੇ ਕਦਮਾਂ ਵਿੱਚ ਡਿੱਗੇਗੀ, ਮੇਰੇ ਤੋਂ ਮਾਫੀ ਮੰਗੇਗੀ, ਪਰ ਉਸਨੇ ਤਾਂ ਅਜਿਹਾ ਕੁਝ ਵੀ ਨਹੀਂ ਕੀਤਾ ਸੀ। ਬਲਕਿ ਉਹ ਮੁਸਕਰਾਉਂਦੀ ਹੋਈ ਫਿਰ ਮੇਰੀ ਤੇ ਕੁਲਦੀਪ ਦੀ ਨਜ਼ਰ ਉਤਾਰਨ ਲੱਗੀ, ਕਹਿਣ ਲੱਗੀ ਕਿ ਇਸ ਤਰ੍ਹਾਂ ਲੱਗਦਾ ਹੈ ਜਿਵੇਂ ਤੁਸੀਂ ਦੋਨੇ ਇੱਕ ਦੂਜੇ ਦੇ ਲਈ ਹੀ ਬਣੇ ਹੋਵੋ। ਬਹੁਤ ਹੀ ਸੋਹਣੀ ਜੋੜੀ ਲੱਗ ਰਹੀ ਹੈ। ਮੈਂ ਸੌਕਣ ਨਹੀਂ ਬਲਕਿ ਇਸ ਦੀ ਦੋਸਤ ਬਣ ਕੇ ਇੱਥੇ ਰਹੂੰਗੀ। ਕੁਲਦੀਪ ਵੀ ਹੈਰਾਨੀ ਨਾਲ ਮੇਰਾ ਚਿਹਰਾ ਦੇਖਣ ਲੱਗੀ। ਉਹ ਤਾਂ ਖੁਦ ਡਰੀ ਸਹਿਮੀ ਸੀ ਕਿ ਨਾ ਜਾਣੇ ਪਰਮਿੰਦਰ ਉਸਦੇ ਨਾਲ ਕੀ ਸਲੂਕ ਕਰੇਗੀ, ਪਰ ਅਜਿਹਾ ਤਾਂ ਕੁਝ ਵੀ ਨਹੀਂ ਹੋਇਆ ਸੀ। ਜਦੋਂ ਮੈਂ ਕੁਲਦੀਪ ਦਾ ਹੱਥ ਫੜ ਕੇ ਕਮਰੇ ਵਿੱਚ ਜਾਣ ਲੱਗਿਆ ਤਾਂ ਪਰਮਿੰਦਰ ਨੇ ਹੱਥ ਫੜ ਕੇ ਮੈਨੂੰ ਰੋਕ ਲਿਆ। ਮੇਰੇ ਦਿਲ ਨੂੰ ਇੱਕਦਮ ਸਕੂਨ ਮਿਲਿਆ ਕਿ ਹੁਣ ਉਹ ਮੇਰੇ ਸਾਹਮਣੇ ਰੋਵੇਗੀ ਤੇ ਮੇਰੇ ਤੋਂ ਮਾਫੀ ਮੰਗੇਗੀ, ਪਰ ਉਸਨੇ ਜੋ ਗੱਲ ਕਹੀ ਮੈਂ ਮੂੰਹ ਖੋਲ ਕੇ ਉਸਦਾ ਚਿਹਰਾ ਦੇਖਦਾ ਹੀ ਰਹਿ ਗਿਆ। ਕਹਿਣ ਲੱਗੀ, ਅਜੇ ਰੁਕ ਜਾ, ਮੈਂ ਤੇਰਾ ਕਮਰਾ ਤਿਆਰ ਕਰ ਦਿੰਦੀ ਹਾਂ, ਅਜੇ ਤੂੰ ਬਾਹਰ ਹਾਲ ਵਿੱਚ ਬੈਠ। ਇਹ ਕਹਿ ਕੇ ਉਹ ਛੇਤੀ ਬਾਹਰ ਗਈ। 10-15 ਮਿੰਟਾਂ ਬਾਅਦ ਘਰ ਆਈ ਤਾਂ ਉਸਦੇ ਹੱਥ ਵਿੱਚ 2 ਥੈਲੀਆਂ ਸੀ। ਉਹਨਾਂ ਨੂੰ ਲੈ ਕੇ ਉਹ ਕਮਰੇ ਅੰਦਰ ਚਲੀ ਗਈ। ਉਸਨੇ ਮੇਰੇ ਕਮਰੇ ਨੂੰ ਸੁਹਾਗ ਰਾਤ ਦੇ ਕਮਰੇ ਦੀ ਤਰ੍ਹਾਂ ਸਜਾ ਦਿੱਤਾ ਸੀ। ਫਿਰ ਕਹਿਣ ਲੱਗੀ ਕਿ ਹੁਣ ਤੂੰ ਕਮਰੇ ਵਿੱਚ ਜਾ ਸਕਦਾ ਹੈ, ਤੇਰਾ ਵਿਆਹ ਹੋਇਆ ਤੇ ਅੱਜ ਹੀ ਪਹਿਲੀ ਰਾਤ ਹੈ, ਤਾਂ ਇਸ ਵਿਆਹ ਦੀ ਪਹਿਲੀ ਰਾਤ ਦੀ ਤਰ੍ਹਾਂ ਇਸ ਨੂੰ ਇੰਜੋਏ ਕਰ। ਮੈਂ ਉਸਦੇ ਚਿਹਰੇ ਨੂੰ ਖੋਜਣ ਦੀ ਕੋਸ਼ਿਸ਼ ਕਰ ਰਿਹਾ ਸੀ ਕਿ ਉਹ ਇਹ ਸਭ ਦਿਖਾਵਾ ਕਰ ਰਹੀ ਸੀ ਜਾਂ ਸੱਚ ਵਿੱਚ ਖੁਸ਼ ਹੋ ਰਹੀ ਸੀ। ਕੁਲਦੀਪ ਤੇ ਮੈਂ ਕਮਰੇ ਦੇ ਅੰਦਰ ਚਲੇ ਗਏ। ਕੁਲਦੀਪ ਮੈਨੂੰ ਪਾ ਕੇ ਬਹੁਤ ਖੁਸ਼ ਸੀ, ਪਰ ਮੈਂ ਕੁਲਦੀਪ ਨੂੰ ਕਿਹਾ ਕਿ ਕੁਲਦੀਪ, ਮੈਂ ਤੇਰੇ ਨਾਲ ਅਜੇ ਕੋਈ ਸਬੰਧ ਨਹੀਂ ਬਣਾਉਣਾ ਚਾਹੁੰਦਾ। ਦੇਖ, ਜਿਨ੍ਹਾਂ ਹਾਲਾਤਾਂ ਵਿੱਚ ਮੈਂ ਤੇਰੇ ਨਾਲ ਵਿਆਹ ਕਰਵਾਇਆ ਹੈ ਤੂੰ ਚੰਗੀ ਤਰ੍ਹਾਂ ਜਾਣਦੀ ਹੈ। ਅਚਾਨਕ ਮੈਂ ਤੇਰੇ ਨਾਲ ਵਿਆਹ ਕਰਵਾ ਲਿਆ ਸੀ, ਪਰ ਇਸ ਰਿਸ਼ਤੇ ਦੇ ਲਈ ਮੈਂ ਖੁਦ ਨੂੰ ਤਿਆਰ ਨਹੀਂ ਕਰ ਪਾ ਰਿਹਾ। ਜਿਵੇਂ ਹੀ ਮੈਂ ਇਸ ਰਿਸ਼ਤੇ ਦੇ ਲਈ ਖੁਦ ਨੂੰ ਤਿਆਰ ਕਰ ਲਵਾਂਗਾ, ਆਪਾਂ ਆਪਣੀ ਵਿਆਹੁਤਾ ਜ਼ਿੰਦਗੀ ਦੀ ਸ਼ੁਰੂਆਤ ਕਰਾਂਗੇ। ਕੁਲਦੀਪ ਵੀ ਮੇਰੀ ਗੱਲ ਨੂੰ ਸਮਝ ਗਈ ਤੇ ਫਿਰ ਕੁਲਦੀਪ ਬੈੱਡ ਤੇ ਸੌਂ ਗਈ। ਕਮਰੇ ਵਿੱਚ ਪਏ ਸੋਫੇ ਤੇ ਮੈਂ ਸੌਂ ਗਿਆ। ਸੱਚ ਤਾਂ ਇਹ ਸੀ ਕਿ ਕੁਲਦੀਪ ਦੇ ਲਈ ਮੇਰੇ ਦਿਲ ਵਿੱਚ ਕੋਈ ਫੀਲਿੰਗ ਹੈ ਹੀ ਨਹੀਂ ਸੀ। ਮੈਂ ਤਾਂ ਪਰਮਿੰਦਰ ਨੂੰ ਮੁਹੱਬਤ ਕਰਦਾ ਸੀ। ਹੁਣ ਮੈਨੂੰ ਅਹਿਸਾਸ ਹੋ ਰਿਹਾ ਸੀ ਜਿਵੇਂ ਮੈਂ ਜਲਦਬਾਜ਼ੀ ਵਿੱਚ ਕੁਝ ਗਲਤ ਕਦਮ ਚੱਕ ਲਿਆ ਹੈ। ਪਰ ਫਿਰ ਪਰਮਿੰਦਰ ਦੀ ਬੇਵਫਾਈ ਯਾਦ ਕਰਕੇ ਮੈਨੂੰ ਪਰਮਿੰਦਰ ਤੇ ਗੁੱਸਾ ਹੋਣ ਲੱਗਿਆ ਤੇ ਆਪਣਾ ਚੱਕਿਆ ਹੋਇਆ ਕਦਮ ਸਹੀ ਵੀ ਲੱਗਣ ਲੱਗਿਆ। ਇੱਕ ਦਿਨ ਨਾਲ ਪਰਮਿੰਦਰ ਦੀਆਂ ਹਰਕਤਾਂ ਮੈਨੂੰ ਸ਼ੱਕ ਵਿੱਚ ਪਾਉਣ ਲੱਗੀਆਂ ਸੀ। ਇਹ ਤਾਂ ਸ਼ਾਇਦ ਦੁਨੀਆ ਦੀ ਪਹਿਲੀ ਔਰਤ ਸੀ ਜਿਸ ਨੇ ਆਪਣੀ ਸੌਕਣ ਨੂੰ ਖੁਸ਼ੀ-ਖੁਸ਼ੀ ਅਪਣਾ ਲਿਆ ਸੀ। ਮੈਨੂੰ ਇਹ ਗੱਲ ਸਮਝ ਨਹੀਂ ਆਈ ਸੀ ਕਿ ਆਖਰ ਇਹ ਸਾਰਾ ਚੱਕਰ ਕੀ ਹੈ। ਮੈਂ 2 ਸਾਲ ਤੱਕ ਪਰਮਿੰਦਰ ਦੇ ਨਾਲ ਰਿਹਾ ਸੀ ਤੇ ਹੁਣ ਕੁਲਦੀਪ ਨੂੰ ਮੇਰੀ ਜ਼ਿੰਦਗੀ ਵਿੱਚ ਆਏ ਹੋਏ 1 ਮਹੀਨਾ ਬੀਤ ਚੁੱਕਿਆ ਸੀ। ਅਜੀਬ ਜਿਹੀ ਕਿਸ਼ਤੀ ਵਿੱਚ ਮੈਂ ਸਵਾਰ ਹੋ ਚੁੱਕਿਆ ਸੀ। ਕੁਝ ਸਮਝ ਨਹੀਂ ਆਉਂਦਾ ਸੀ ਕਿ ਕੀ ਕਰਾਂ ਤੇ ਕੀ ਨਾ ਕਰਾਂ, ਪਰ ਸ਼ਾਇਦ ਇਸ ਰਾਜ ਤੋਂ ਵੀ ਪਰਦਾ ਉਠਾਉਣ ਵਿੱਚ ਦੇਰ ਨਹੀਂ ਲੱਗੀ ਸੀ। ਸਾਰੀ ਸੱਚਾਈ ਖੁੱਲ੍ਹ ਕੇ ਮੇਰੀਆਂ ਅੱਖਾਂ ਦੇ ਸਾਹਮਣੇ ਆ ਗਈ ਸੀ, ਜਿਸ ਨੂੰ ਜਾਣ ਕੇ ਮੇਰਾ ਦਿਲ ਚਾਹਿਆ ਕਿ ਮੈਂ ਆਪਣਾ ਸਿਰ ਕੰਧ ਨਾਲ ਮਾਰਾਂ। ਉਸ ਦਿਨ ਮੈਂ ਪਰਮਿੰਦਰ ਨਾਲ ਗੱਲ ਕਰਨੀ ਚਾਹੁੰਦਾ ਸੀ, ਕਿਉਂਕਿ ਮੈਂ ਅੰਦਰ ਹੀ ਅੰਦਰ ਘੁੱਟ ਕੇ ਜਿਉਂ ਰਿਹਾ ਸੀ। ਮੈਂ ਫੈਸਲਾ ਕਰ ਲਿਆ ਸੀ ਕਿ ਹੁਣ ਮੈਂ
ਪਰਮਿੰਦਰ ਨੂੰ ਤਲਾਕ ਦੇ ਦੇਵਾਂਗਾ। ਜਿਵੇਂ ਹੀ ਹੋਵੇ ਕੁਲਦੀਪ ਦੇ ਨਾਲ ਹੀ ਜ਼ਿੰਦਗੀ ਸ਼ੁਰੂ ਕਰਾਂਗਾ। ਪਰਮਿੰਦਰ ਨੂੰ ਇਸ ਘਰ ਵਿੱਚ ਦੇਖ ਕੇ ਮੇਰਾ ਦਿਲ ਦਰਦ ਨਾਲ ਤੜਫਦਾ ਰਹਿੰਦਾ ਹੈ। ਉਹ ਮੇਰੀ ਪਹਿਲੀ ਮੁਹੱਬਤ ਸੀ, ਪਰ ਮੈਨੂੰ ਇਗਨੋਰ ਕਰਦੀ ਰਹਿੰਦੀ ਸੀ ਤੇ ਇਹ ਦੇਖ ਕੇ ਮੈਨੂੰ ਦੁੱਖ ਹੁੰਦਾ ਸੀ। ਆਖਰ ਉਹ ਕਿਉਂ ਇਸ ਤਰ੍ਹਾਂ ਖੁਸ਼ ਰਹਿੰਦੀ ਹੈ? ਮੈਨੂੰ ਕੁਝ ਵੀ ਸਮਝ ਨਹੀਂ ਆਉਂਦਾ ਸੀ। ਜੇ ਉਹ ਕਿਸੇ ਹੋਰ ਨੂੰ ਪਸੰਦ ਕਰਦੀ ਸੀ ਤਾਂ ਹੁਣ ਤੱਕ ਤਲਾਕ ਲੈ ਕੇ ਗਈ ਕਿਉਂ ਨਹੀਂ ਸੀ? ਮੈਂ ਇਸੇ ਉਲਝਣ ਵਿੱਚ ਘਿਰਿਆ ਘਰ ਵਿੱਚ ਦਾਖਲ ਹੋਇਆ ਤਾਂ ਜੋ ਗੱਲਾਂ ਮੈਨੂੰ ਸੁਣਾਈ ਦਿੱਤੀਆਂ, ਉਹ ਸੁਣ ਕੇ ਤਾਂ ਮੇਰੇ ਕਦਮ ਉੱਥੇ ਹੀ ਰੁਕ ਗਏ। ਮੈਨੂੰ ਕਮਰੇ ਵਿੱਚੋਂ ਪਰਮਿੰਦਰ ਤੇ ਕੁਲਦੀਪ ਦੀਆਂ ਗੱਲਾਂ ਸੁਣਾਈ ਦੇ ਰਹੀਆਂ ਸੀ। ਕੁਲਦੀਪ ਦੀਆਂ ਆਵਾਜ਼ਾਂ ਬਾਹਰ ਆ ਰਹੀਆਂ ਸੀ। ਕੁਲਦੀਪ ਕਹਿਣ ਲੱਗੀ ਕਿ ਤੇਰੀ ਐਕਟਿੰਗ ਦੀ ਵੀ ਤਾਂ ਦਾਤ ਦੇਣੀ ਪਵੇਗੀ। ਕਸਮ ਨਾਲ ਤੈਨੂੰ ਤਾਂ ਇਸ ਦਾ ਅਵਾਰਡ ਮਿਲਣਾ ਚਾਹੀਦਾ ਹੈ। ਕੀ ਖੂਬ ਐਕਟਿੰਗ ਕੀਤੀ ਹੈ। ਆਖਰ ਤੂੰ ਮੈਨੂੰ ਤੇ ਸਾਰਜ ਨੂੰ ਮਿਲਵਾ ਹੀ ਦਿੱਤਾ। ਪਰ ਪਰਮਿੰਦਰ ਉਸ ਦੇ ਸਾਹਮਣੇ ਰੋ ਰਹੀ ਸੀ ਤੇ ਹੱਥ ਜੋੜ ਕੇ ਖੜੀ ਸੀ। ਰੋ ਰੋ ਕੇ ਕਹਿਣ ਲੱਗੀ ਕਿ ਮੈਂ ਤੇਰੀ ਹਰ ਗੱਲ ਮੰਨੀ ਹੈ। ਤੂੰ ਮੈਨੂੰ ਜੋ ਕਿਹਾ ਸੀ ਮੈਂ ਉਹ ਸਭ ਕੁਝ ਕੀਤਾ, ਪਰ ਹੁਣ ਤਾਂ ਮੇਰੀਆਂ ਉਹ ਤਸਵੀਰਾਂ ਡਿਲੀਟ ਕਰ ਦੇ। ਆਖਰ ਮੈਂ ਤੇਰਾ ਕੀ ਵਿਗਾੜਿਆ ਹੈ? ਤੂੰ ਮੇਰੇ ਤੋਂ ਮੇਰਾ ਪਤੀ ਮੰਗਿਆ ਤਾਂ ਮੈਂ ਤੈਨੂੰ ਆਪਣਾ ਪਤੀ ਵੀ ਇਸ ਗੱਲ ਤੇ ਦੇ ਦਿੱਤਾ। ਤਾਂ ਕੁਲਦੀਪ ਜ਼ੋਰ ਨਾਲ ਚੀਕਣ ਲੱਗੀ ਤੇ ਕਹਿਣ ਲੱਗੀ, ਖਬਰਦਾਰ, ਜੋ ਉਸ ਨੂੰ ਆਪਣਾ ਪਤੀ ਕਿਹਾ ਤਾਂ ਉਹ ਸ਼ੁਰੂ ਤੋਂ ਹੀ ਮੇਰਾ ਸੀ ਤੇ ਮੈਂ ਉਸ ਨੂੰ ਦਿਲ ਜਾਨ ਤੋਂ ਪਸੰਦ ਕਰਦੀ ਸੀ। ਅੱਜ ਮੈਂ ਉਸ ਨੂੰ ਪਾ ਲਿਆ ਹੈ। ਉਹ ਤਾਂ ਮੇਰੇ ਬਚਪਨ ਦੀ ਮੁਹੱਬਤ ਹੈ। ਉਸਨੇ ਤਾਂ ਮੇਰਾ ਹੋਣਾ ਹੀ ਸੀ। ਤੂੰ ਹੀ ਸਾਡੇ ਵਿੱਚ ਜ਼ਬਰਦਸਤੀ ਫਿੱਟ ਹੋ ਗਈ ਸੀ ਤੇ ਹੁਣ ਮੈਂ ਤੈਨੂੰ ਵੀ ਸਾਰਜ ਦੇ ਕੱਢ ਦੇਵਾਂਗੀ। ਹਾਂ, ਤੇਰੇ ਪਤੀ ਦੇ ਦਿਲ ਵਿੱਚ ਤੇਰੇ ਲਈ ਨਫ਼ਰਤ ਭਰ ਕੇ, ਸ਼ੱਕ ਪੈਦਾ ਕਰਕੇ ਅੱਜ ਉਹ ਸਿਰਫ ਮੇਰਾ ਹੋ ਚੁੱਕਿਆ ਹੈ ਤੇ ਦੇਖੀ, ਉਹ ਬਹੁਤ ਹੀ ਛੇਤੀ ਉਹ ਮੈਨੂੰ ਵੀ ਪਿਆਰ ਕਰਨ ਲੱਗੇਗਾ। ਬਸ ਹੁਣ ਤੂੰ ਇੱਕ ਕੰਮ ਕਰਨਾ ਹੈ, ਉਸ ਤੋਂ ਬਾਅਦ ਸਾਰਜ ਪੂਰੀ ਤਰ੍ਹਾਂ ਮੇਰਾ ਹੋ ਜਾਵੇਗਾ। ਪਤਾ ਨਹੀਂ ਤੂੰ ਉਸ ਦੇ ਸਿਰ ਤੇ ਅਜਿਹਾ ਕਿਹੜਾ ਜਾਦੂ ਕਰ ਦਿੱਤਾ ਹੈ ਕਿ ਤੇਰੇ ਇਸ਼ਕ ਦਾ ਭੂਤ ਉਸ ਦੇ ਸਿਰ ਤੋਂ ਲੈਂਦਾ ਹੀ ਨਹੀਂ। ਇਹਨਾਂ ਸਭ ਕੁਝ ਹੋ ਜਾਣ ਦੇ ਬਾਅਦ ਵੀ ਤੇਰੀ ਮੁਹੱਬਤ ਨੂੰ ਆਪਣੇ ਦਿਲ ਚੋਂ ਕੱਢ ਨਹੀਂ ਸਕਿਆ। ਅਜੇ ਤੱਕ ਉਸਨੇ ਮੈਨੂੰ ਪਤਨੀ ਹੋਣ ਦਾ ਹੱਕ ਨਹੀਂ ਦਿੱਤਾ। ਮੈਂ ਰਾਤ ਭਰ ਤੜਫਦੀ ਰਹਿੰਦੀ ਹਾਂ ਉਸ ਦੀ ਮੁਹੱਬਤ ਦੇ ਲਈ। ਉਹ ਮੇਰੇ ਕਰੀਬ ਤੱਕ ਨਹੀਂ ਆਉਂਦਾ। ਤੂੰ ਬਸ ਇਹੀ ਕੰਮ ਕਰਨਾ ਹੈ ਕਿ ਹੁਣ ਤੂੰ ਉਸਦੀ ਜ਼ਿੰਦਗੀ ਚੋਂ ਨਿਕਲ ਜਾਈਂ, ਹਮੇਸ਼ਾ ਹਮੇਸ਼ਾ ਦੇ ਲਈ। ਤੇਰੇ ਜਾਣ ਤੋਂ ਬਾਅਦ ਮਜਬੂਰਨ ਸਾਰਜ ਨੂੰ ਮੈਨੂੰ ਅਪਣਾਉਣਾ ਹੀ ਪਵੇਗਾ ਤੇ ਹੌਲੀ ਹੌਲੀ ਉਸਦੇ ਦਿਲ ਵਿੱਚ ਮੇਰੇ ਲਈ ਮੁਹੱਬਤ ਪੈਦਾ ਹੋ ਜਾਵੇਗੀ। ਇਹ ਸੁਣਦੇ ਹੀ ਪਰਮਿੰਦਰ ਰੋਣ ਲੱਗ ਪਈ। ਕਹਿਣ ਲੱਗੀ, ਕੁਲਦੀਪ, ਰੱਬ ਦੇ ਲਈ ਅਜਿਹਾ ਨਾ ਕਰ। ਮੈਂ ਸਾਰਜ ਤੋਂ ਦੇ ਬਿਨਾਂ ਮਰ ਜਾਊਂ। ਮੈਂ ਆਪਣਾ ਸਭ ਕੁਝ ਤਾਂ ਤੈਨੂੰ ਸੌਂਪ ਦਿੱਤਾ ਹੈ। ਬਸ ਸਾਰਜ ਨੂੰ ਸਾਹਮਣੇ ਦੇਖ ਕੇ ਮੇਰੇ ਦਿਲ ਨੂੰ ਥੋੜਾ ਸਕੂਨ ਮਿਲ ਜਾਂਦਾ ਹੈ। ਕਮ ਸੇ ਕਮ ਉਸਦਾ ਨਾਮ ਤਾਂ ਮੇਰੇ ਨਾਮ ਦੇ ਨਾਲ ਜੁੜਿਆ ਹੋਇਆ ਹੈ। ਇਹ ਵੀ ਮੇਰੇ ਤੋਂ ਤੂੰ ਖੋਹ ਲਵੇਂਗੀ ਤਾਂ ਮੇਰੇ ਜਿਉਣ ਦੀ ਵਜ੍ਹਾ ਖਤਮ ਹੀ ਹੋ ਜਾਵੇਗੀ। ਮੈਨੂੰ ਇਸ ਤਰ੍ਹਾਂ ਬੇਮੌਤਾ ਨਾ ਮਾਰ। ਪਰਮਿੰਦਰ ਦੇ ਮੂੰਹ ਵਿੱਚੋਂ ਇਹ ਸੁਣਨਾ ਸੀ ਕਿ ਕੁਲਦੀਪ ਨੇ ਉਸਦਾ ਮੂੰਹ ਦਬੋਚ ਲਿਆ। ਕਹਿਣ ਲੱਗੀ, ਜੇ ਤੂੰ ਸਾਰਜ ਦੀ ਜ਼ਿੰਦਗੀ ਵਿੱਚੋਂ ਨਹੀਂ ਗਈ ਤਾਂ ਮੈਂ ਤੇਰੀਆਂ ਉਹ ਸਾਰੀਆਂ ਤਸਵੀਰਾਂ ਸੋਸ਼ਲ ਮੀਡੀਆ ਤੇ ਵਾਇਰਲ ਕਰ ਦੇਵਾਂਗੀ। ਫਿਰ ਤੂੰ ਕਿਤੇ ਵੀ ਮੂੰਹ ਦਿਖਾਉਣ ਦੇ ਲਾਇਕ ਨਹੀਂ ਰਹੇਗੀ। ਸਾਰੇ ਰਾਜ ਇੱਕ ਤੋਂ ਬਾਅਦ ਇੱਕ ਕਰਕੇ ਖੁੱਲ ਕੇ ਮੇਰੇ ਸਾਹਮਣੇ ਆ ਰਹੇ ਸੀ, ਜੋ ਸੁਣ ਕੇ ਮੈਂ ਪੱਥਰ ਦੀ ਮੂਰਤ ਬਣ ਗਿਆ ਸੀ। ਜਦੋਂ ਕੁਲਦੀਪ ਸਾਰੀ ਹਕੀਕਤ ਖੋਲ ਕੇ ਪਿੱਛੇ ਮੁੜੀ ਤਾਂ ਮੈਨੂੰ ਦੇਖ ਕੇ ਉਸਦੇ ਹੋਸ਼ ਗੁੰਮ ਹੋ ਗਏ। ਉਸਨੂੰ ਸਮਝ ਨਹੀਂ ਆ ਰਿਹਾ ਸੀ ਕਿ ਉਹ ਕੀ ਕਹੇ ਤੇ ਕੀ ਨਾ ਕਹੇ। ਅਗਲੇ ਹੀ ਪਲ ਇੱਕ ਜ਼ੋਰਦਾਰ ਥੱਪੜ ਮੈਂ ਕੁਲਦੀਪ ਦੇ ਮੂੰਹ ਤੇ ਮਾਰਿਆ। ਕੁਲਦੀਪ ਮੇਰੀ ਬਚਪਨ ਤੋਂ ਹੀ ਦੋਸਤ ਸੀ। ਮੇਰੇ ਮਾਂ-ਪਿਓ ਜਦੋਂ ਉਸਦੇ ਮਾਂ-ਪਿਓ ਦੇ ਦੋਸਤ ਬਣੇ ਸੀ ਤਾਂ ਉਸ ਸਮੇਂ ਕੁਲਦੀਪ ਦੀ ਉਮਰ 10 ਸਾਲ ਸੀ ਤੇ ਬਚਪਨ ਵਿੱਚ ਅਸੀਂ ਇੱਕ ਦੂਸਰੇ ਨਾਲ ਖੇਡਦੇ ਸੀ। ਸਾਡੀ ਦੋਸਤੀ ਬਹੁਤ ਵਧੀਆ ਸੀ, ਪਰ ਮੈਂ ਕਦੇ ਵੀ ਉਸ ਨੂੰ ਦੂਜੀਆਂ ਨਜ਼ਰਾਂ ਨਾਲ ਨਹੀਂ ਦੇਖਿਆ ਸੀ। ਉਹ ਮੇਰੇ ਲਈ ਸਿਰਫ ਇੱਕ ਚੰਗੀ ਦੋਸਤ ਸੀ। ਮੈਂ ਪਿਆਰ ਤਾਂ ਸਿਰਫ ਪਰਮਿੰਦਰ ਨੂੰ ਹੀ ਕੀਤਾ ਸੀ, ਪਰ ਅੱਜ ਜਦੋਂ ਰਾਜ ਖੁੱਲ੍ਹ ਕੇ ਸਾਹਮਣੇ ਆਇਆ ਤਾਂ ਮੈਨੂੰ ਉਸ ਨਾਲ ਨਫ਼ਰਤ ਹੋਣ ਲੱਗੀ ਸੀ। ਕਿਹੋ ਜਿਹੀ ਗਿਰੀ ਹੋਈ ਤੇ ਚਾਲਬਾਜ਼ ਕੁੜੀ ਸੀ। ਮੇਰਾ ਘਰ ਤਾਂ ਉਸਨੇ ਬਰਬਾਦ ਕਰ ਦਿੱਤਾ ਸੀ। ਮੈਂ ਉਸੇ ਸਮੇਂ ਕੁਲਦੀਪ ਨੂੰ ਧੱਕੇ ਦੇ ਕੇ ਆਪਣੇ ਫਲੈਟ 'ਚੋਂ ਬਾਹਰ ਕੱਢ ਦਿੱਤਾ। ਮੈਂ ਉਸਦੇ ਖਿਲਾਫ ਇੱਕ ਕੇਸ ਵੀ ਬਣਵਾਇਆ ਸੀ। ਆਖਰ ਉਸਨੇ ਮੇਰੀ ਪਤਨੀ ਦੀਆਂ ਅਜਿਹੀਆਂ ਅਸ਼ਲੀਲ ਵੀਡੀਓ ਤਸਵੀਰਾਂ ਨੂੰ ਐਡਿਟ ਕਰਕੇ ਹੀ ਸਭ ਕੁਝ ਕਰਿਆ ਸੀ, ਜਿਸ ਵਿੱਚ ਕੁਝ ਵੀ ਸੱਚਾਈ ਨਹੀਂ ਸੀ। ਇੱਕ ਹਫ਼ਤੇ ਬਾਅਦ ਹੀ ਮੈਂ ਕੁਲਦੀਪ ਨੂੰ ਤਲਾਕ ਵੀ ਦੇ ਦਿੱਤਾ ਸੀ। ਪਰਮਿੰਦਰ ਨੇ ਇਹ ਸਭ ਦੇਖਿਆ ਤਾਂ ਉਹ ਮੇਰੇ ਸਾਹਮਣੇ ਰੋਣ ਲੱਗੀ। ਅੱਜ ਪਹਿਲੀ ਵਾਰ ਉਸਨੇ ਆਪਣੇ ਸਾਰੇ ਰਾਜ ਮੇਰੇ ਸਾਹਮਣੇ ਖੋਲ੍ਹ ਕੇ ਰੱਖ ਦਿੱਤੇ ਸੀ ਤੇ ਉਹ ਬਹੁਤ ਜ਼ਿਆਦਾ ਰੋ ਰਹੀ ਸੀ। ਮੈਂ ਵੀ ਉਸ ਤੋਂ ਦੂਰ ਖੜਾ ਸੀ। ਮੇਰੀਆਂ ਅੱਖਾਂ ਵਿੱਚ ਵੀ ਹੰਝੂ ਆ ਗਏ ਸੀ। ਆਖਰ ਕਿਉਂ ਮੈਂ ਪਰਮਿੰਦਰ ਦੀ ਮਜਬੂਰੀ ਨੂੰ ਸਮਝ ਨਾ ਸਕਿਆ, ਉਸ 'ਤੇ ਵਿਸ਼ਵਾਸ ਨਾ ਕਰ ਸਕਿਆ।
ਕਾਸ਼ ਮੈਂ ਉਸ ਤੋਂ ਪੁੱਛ ਲੈਂਦਾ, ਉਸ ਨੂੰ ਕੁਝ ਸਮਾਂ ਦਿੰਦਾ ਤਾਂ ਸ਼ਾਇਦ ਅੱਜ ਇਹ ਸਭ ਕੁਝ ਨਾ ਹੁੰਦਾ। ਕੁਲਦੀਪ ਵਰਗੀ ਭੋਲੀ ਭਾਲੀ ਦਿਸਣ ਵਾਲੀ ਕੁੜੀ ਕਿਸ ਤਰ੍ਹਾਂ ਸਾਡੀ ਜ਼ਿੰਦਗੀ ਨੂੰ ਬਰਬਾਦ ਕਰ ਚੁੱਕੀ ਸੀ। ਕੁਝ ਸਮੇਂ ਬਾਅਦ ਮੈਂ ਫਲੈਟ ਛੱਡ ਦਿੱਤਾ ਤੇ ਅਲੱਗ ਜਗ੍ਹਾ ਤੇ ਘਰ ਲੈ ਕੇ ਪਰਮਿੰਦਰ ਦੇ ਨਾਲ ਖੁਸ਼ੀ-ਖੁਸ਼ੀ ਰਹਿਣ ਲੱਗਿਆ। ਦੋਸਤੋ, ਇਹ ਸੀ ਅੱਜ ਦੀ ਕਹਾਣੀ। ਕਿਹੋ ਜਿਹੀ ਲੱਗੀ ਜ਼ਰੂਰ ਦੱਸਿਓ। ਪਸੰਦ ਆਈ ਤਾਂ ਲਾਈਕ, ਸ਼ੇਅਰ, ਕਮੈਂਟ ਜ਼ਰੂਰ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਕਦੇ ਨਾ ਭੁੱਲਣਾ। ਕਹਾਣੀ ਸੁਣਨ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਮਿਲਦੇ ਹਾਂ ਕਿਸੇ ਨਵੀਂ ਕਹਾਣੀ ਦੇ ਨਾਲ। ਤਦ ਤੱਕ ਲਈ ਸਤਿ ਸ਼੍ਰੀ ਅਕਾਲ।